ਤੁਸੀਂ ਸੁਣ ਰਹੇ ਹੋ ਸਰਦਾਰ ਧੰਨਾ ਸਿੰਘ ਰੰਗੀਲਾ ਦੁਆਰਾ ਲਿਖੀ ਇਤਿਹਾਸਿਕ ਪੁਸਤਕ ਭਾਈ ਬਚਿੱਤਰ ਸਿੰਘ। ਪਹਿਲਾ ਕਾਂਡ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਲਗੀਧਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੀਨਾਂ ਦੇ ਸਹਾਰੇ, ਚਿੱਟਿਆਂ ਬਾਜਾਂ ਵਾਲੇ, ਦੋ ਜਹਾਨ ਵਾਲੀ ਤੇਗ ਦੇ ਦੁਲਾਰੇ, ਮਾਤਾ ਗੁਜਰੀ ਜੀ ਦੇ ਨੈਣਾਂ ਦੇ ਤਾਰੇ, ਪੰਥ ਦੇ ਵਾਲੀ, ਸ਼ਮਸ਼ੇਰ ਬਹਾਦਰ ਪਿਤਾ, ਅੰਗ ਸੰਗ ਸਹਾਈ ਹੋਵੇਂ। ਉਪਰੋਕਤ ਸ਼ਬਦ 5 ਵਾਰੀ ਕਹਿ ਕੇ ਇੱਕ ਗੁਰੂ ਦਾ ਪਿਆਰਾ ਕਲਗੀਧਰ ਪਾਤਸ਼ਾਹ ਦਾ ਘੱਲਿਆ ਹੋਇਆ ਸੁਹੀਆ ਪਹਾੜੀ ਰਾਜਿਆਂ ਦੇ ਹੋ ਰਹੇ ਹੰਗਾਮੀ ਇਜਲਾਸ ਦੀ ਕਾਰਵਾਈ ਸੁਣਨ ਲਈ ਅੱਖ ਬਚਾ ਕੇ ਇੱਕ ਪਾਸੇ ਵੱਲ ਜਾ ਬੈਠਾ। ਮੀਟਿੰਗ ਸ਼ੁਰੂ ਹੋ ਗਈ। ਕੇਸਰੀ ਸਿੰਘ ਉੱਠ ਕੇ ਖਲੋ ਗਿਆ। ਗੁੱਸੇ ਵਿੱਚ ਬੱਦਲ ਵਾਂਗ ਗਰਜ ਕੇ ਕਹਿਣ ਲੱਗਾ, ਮੇਰੇ ਪਿਆਰੇ ਭਰਾਓ, ਮੇਰੇ ਸਾਥੀਓ, ਮੇਰੇ ਬਾਜੂਓ, ਮੇਰੇ ਨਾਲ ਹਿੱਤ ਰੱਖਣ ਵਾਲੇ ਭਾਈ ਧਾਰੀ ਮਹਾਰਾਜਿਓ, ਮੈਂ ਅੱਜ ਆਪਣਾ ਦਿਲ ਖੋਲ ਕੇ ਤੁਹਾਨੂੰ ਵਿਖਾ ਰਿਹਾ ਹਾਂ। ਮੇਰੀ ਹਿੰਦੂ ਕੌਮ ਨੂੰ, ਹਿੰਦੂ ਅਣਖ ਨੂੰ, ਹਿੰਦੂ ਧਰਮ ਨੂੰ ਜਿੱਥੇ ਮੁਗਲ ਬਾਦਸ਼ਾਹੀ ਨੇ ਕੜੇ ਕਾਨੂੰਨ ਤਿਆਰ ਕਰਕੇ ਸੱਟ ਮਾਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ, ਜਿਹੜਾ ਕਿ ਆਪਣੇ ਆਪ ਨੂੰ 10ਵਾਂ ਗੁਰੂ ਅਖਵਾਉਂਦਾ ਹੈ ਤੇ ਆਪਣੇ ਆਪ ਨੂੰ ਕਿਸੇ ਸ਼ਹਿਨਸ਼ਾਹ ਤੋਂ ਘੱਟ ਨਹੀਂ ਸਮਝਦਾ, ਨੇ ਵੀ ਹਿੰਦੂ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਨੀਵੀਆਂ ਜਾਤਾਂ ਦੇ ਲੋਕ, ਮਜ਼ਬੀ ਚਮਿਆਰ, ਨਾਈ, ਝੀਵਰ, ਤਰਖਾਨ ਇਕੱਠੇ ਕਰਕੇ ਉੱਚ ਜਾਤੀ ਦੇ ਬ੍ਰਾਹਮਣਾਂ ਨੂੰ ਉਹਨਾਂ ਦਾ ਜੂਠਾ ਖਵਾਇਆ ਹੈ। ਉਸ ਇੱਕ ਨਵਾਂ ਮਜ਼ਹਬ ਖਾਲਸਾ ਪੰਥ, ਜਿਹਨੂੰ ਕਿ ਉਹ ਬਿਲਕੁਲ ਖਾਲਸ ਕਹਿੰਦਾ ਹੈ, ਚਲਾਇਆ ਹੈ। ਉਸ ਦੀ ਰੋਹ ਰੀਤ ਸੁਣੋ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ, ਦਿਲ ਘਬਰਾ ਉੱਠਦਾ ਹੈ, ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ, ਆਤਮਾ ਤੇ ਕਰਾਰੀ ਸੱਟ ਵੱਜਦੀ ਹੈ ਕਿ ਉਸ ਖਾਲਸਾ ਪੰਥ ਵਿੱਚ ਉਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜੋ ਅੰਮ੍ਰਿਤ ਛਕੇ। ਉਹ ਅੰਮ੍ਰਿਤ ਉਸਨੇ ਇਸ ਤਰ੍ਹਾਂ ਦਾ ਤਿਆਰ ਕੀਤਾ ਹੈ ਕਿ ਸਭ ਨੀਵੇਂ ਉੱਚੇ, ਕੋਝੇ, ਕਾਣੇ, ਲੰਗੜੇ, ਨੀਵੇਂ ਤੋਂ ਨੀਵੇਂ ਬੰਦਿਆਂ ਨੂੰ ਤੇ ਉੱਚ ਜਾਤੀ ਦੇ ਬ੍ਰਾਹਮਣਾਂ ਨੂੰ ਇੱਕ ਪੰਗਤ ਵਿੱਚ ਬਿਠਾ ਲੈਂਦਾ ਹੈ। ਫਿਰ ਖੰਡਾ ਲੈ ਕੇ ਲੋਹੇ ਦੇ ਬਾਟੇ ਵਿੱਚ ਪਾਣੀ ਪਾ ਕੇ, ਪਤਾਸੇ ਪਾ ਕੇ ਖੂਬ ਹਿਲਾਉਂਦਾ ਹੈ ਤੇ ਮੁੱਖੋਂ ਜਿਹੜੀ ਬਾਣੀ ਉਹਦੇ ਗੁਰੂਆਂ ਦੀ ਬਾਣੀ ਹੋਈ ਹੈ ਉਹ ਪੜ੍ਹਦਾ ਹੈ। ਫਿਰ ਉਸ ਬਾਟੇ 'ਚੋਂ ਸਭ ਨੂੰ ਬਾਟੇ ਨੂੰ ਮੂੰਹ ਲਵਾ ਕੇ 5-5 ਘੁੱਟਾਂ ਪਿਆਉਂਦਾ ਹੈ। ਇਹ ਤਾਂ ਉਹ ਪ੍ਰਭੂ ਹੀ ਜਾਣੇ ਕਿ ਖਬਰੇ ਕੀ ਰਿੱਧੀ ਸਿੱਧੀ ਉਸਨੇ ਸਿੱਧ ਕੀਤੀ ਹੋਈ ਹੈ। ਫਿਰ ਉਹਨਾਂ ਨੂੰ 3 ਫੁੱਟੀ ਤਲਵਾਰ, ਸਿਰ ਕੇ ਕੇਸ, ਹੱਥ ਵਿੱਚ ਕੜਾ, ਤੇੜ ਕਸ਼ਹਿਰਾ, ਕੇਸਾਂ ਵਿੱਚ ਕੰਘਾ, 5 ਚੀਜ਼ਾਂ ਜਿਨ੍ਹਾਂ ਨੂੰ ਉਹ ਰਹਿਤ ਦੱਸਦਾ ਹੈ ਰੱਖਣੀ ਲਾਜ਼ਮੀ ਕਰਾਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਰੂ ਵਿੱਚ 5 ਨੂੰ ਅੰਮ੍ਰਿਤ ਇਸਨੇ ਜਦੋਂ ਛਕਾਇਆ ਸੀ ਤਾਂ ਕੇਸਗੜ੍ਹ ਦੇ ਤਖਤ ਤੇ ਤੰਬੂ ਵਿੱਚ ਲਿਜਾ ਕੇ ਉਹਨਾਂ ਦੇ ਸੀਸ ਧੜਾਂ ਤੋਂ ਵਾਰੋਂ ਵਾਰੀ ਅੱਡੋ ਅੱਡ ਕਰ ਦਿੱਤੇ। ਫਿਰ ਰਿੱਧੀ ਸਿੱਧੀ ਨਾਲ ਉਹਨਾਂ ਨੂੰ ਸੁਰਜੀਤ ਕਰਕੇ ਬਾਹਰ ਲਿਆਂਦਾ। ਇਸ ਤਰ੍ਹਾਂ ਅੰਮ੍ਰਿਤ ਛਕਾਇਆ ਸੀ। ਫਿਰ ਉਹਨਾਂ 5 ਪਾਸੋਂ ਆਪ ਛਕਿਆ ਸੀ ਤੇ ਕਹਿੰਦਾ ਸੀ, ਇਹ ਸਭ ਨੀਵੇਂ ਉੱਚੇ ਬੰਦੇ ਇਸ ਨਵੇਂ ਮਜ਼ਹਬ ਸਿੱਖ ਪੰਥ ਦੇ ਜਰਨੈਲ ਹਨ। ਤੇ ਨਾਲ ਹੀ ਉਸ ਬਾਣੀ ਉਚਾਰੀ ਹੈ ਕਿ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਤੇ ਉਸ ਤੋਂ ਬਾਅਦ ਐਸੀ ਇਸਨੇ ਮਰਿਆਦਾ ਕਾਇਮ ਕੀਤੀ ਹੈ, ਉਹ ਜੋ 5 ਪਿਆਰੇ ਹਨ ਉਹ ਹੀ ਜਿਨ੍ਹਾਂ ਨੂੰ ਅੰਮ੍ਰਿਤ ਛਕਾਣਾ ਹੁੰਦਾ ਹੈ ਛਕਾਉਂਦੇ ਹਨ। ਸੋ ਭਰਾਓ, ਉਸ ਗੁਰੂ ਗੋਬਿੰਦ ਸਿੰਘ ਨਾਲ ਸਾਨੂੰ ਟੱਕਰ ਲਿਆ ਅੱਜ 1.25 ਮਹੀਨਾ ਹੋ ਚੁੱਕਾ ਹੈ। ਅਸੀਂ ਚਾਹੁੰਦੇ ਸਾਂ ਇਸ ਪਾਸੋਂ ਲੋਹਗੜ੍ਹ ਖਾਲੀ ਕਰਵਾ ਲਈਏ ਤੇ ਫਿਰ ਆਨੰਦਪੁਰੋਂ ਇਸ ਨੂੰ ਕੱਢਣਾ ਬਹੁਤ ਸੌਖਾ ਹੈ। ਪਰ ਉਹ ਜਿਹੜਾ ਕਿਲਾ ਹੈ ਉਸ ਅੰਦਰ ਐਸੇ ਹਥਿਆਰਬੰਦ ਸਿੰਘ ਬਿਠਾਏ ਹਨ ਤੇ ਆਪ ਵੀ ਅੰਦਰੋਂ ਹੀ ਲੋੜ ਪਵੇ ਤਾਂ ਸੋਨੇ ਦੇ ਤੀਰਾਂ ਦੀ ਐਸੀ ਵਰਖਾ ਕਰਦਾ ਹੈ ਕਿ ਸਾਡੀ ਹੋਸ਼ ਗੁੰਮ ਹੋ ਜਾਂਦੀ ਹੈ। ਅਸੀਂ ਕਈ ਵਾਰੀ ਖੂਬ ਤਿਆਰੀ ਕਰਕੇ ਗਏ ਪਰ ਹਰ ਵਾਰ ਮੂੰਹ ਦੀ ਖਾਣੀ ਪਈ। ਹਜ਼ਾਰਾਂ ਬੰਦੇ ਮਰਵਾ ਚੁੱਕੇ ਹਾਂ। ਪਤਾ ਨਹੀਂ ਇਸ ਦੇ ਅੰਮ੍ਰਿਤ ਵਿੱਚ ਜਾਂ ਇਸ ਵਿੱਚ ਕੀ ਸ਼ਕਤੀ ਹੈ। ਸਾਡੇ ਤੇ ਮੈਦਾਨ ਵਿੱਚ ਪੈਰ ਨਹੀਂ ਲੱਗਣ ਦਿੰਦਾ। ਸੋ ਅਸੀਂ ਸੋਚ ਕੇ ਕਮਲੇ ਹੋ ਗਏ ਹਾਂ। ਅੱਜ ਅਸਾਂ ਇੱਥੇ ਬੈਠ ਕੇ ਵਿਚਾਰਾਂ ਕਰਨੀਆਂ ਹਨ ਕਿ ਗੁਰੂ ਪਾਸੋਂ ਕਿਵੇਂ ਆਨੰਦਪੁਰ ਖਾਲੀ ਕਰਾਇਆ ਜਾਵੇ। ਸੋ ਤੁਸੀਂ ਸਾਰੇ ਬੜੇ ਉੱਚੇ ਇਕਬਾਲ ਵਾਲੇ ਮਹਾਰਾਜੇ ਇੱਥੇ ਬਿਰਾਜਮਾਨ ਹੋ, ਸੋ ਆਪੋ ਆਪਣੀ ਰਾਏ ਪ੍ਰਗਟ ਕਰੋ। ਇਹ ਕਹਿ ਕੇ ਕੇਸਰੀ ਸਿੰਘ ਬੈਠ ਗਿਆ ਤੇ ਭੀਮ ਚੰਦ ਕੋਲੂਰੀਆ ਅੱਗ ਬਬੂਕਾ ਹੋ ਕੇ ਉੱਠਿਆ ਤੇ ਕਹਿਣ ਲੱਗਾ, ਜੋ ਕੇਸਰੀ ਸਿੰਘ ਮੇਰੇ ਵੀਰ ਨੇ ਕਿਹਾ ਹੈ ਉਹ 16 ਆਨੇ ਸੱਚ ਹੈ। ਅਸੀਂ ਗੁਰੂ ਪਾਸੋਂ ਬਹੁਤ ਹੀ ਤੰਗ ਹਾਂ। ਸਾਡਾ ਕਾਫੀ ਨੁਕਸਾਨ ਕਰ ਰਿਹਾ ਹੈ। ਅੱਗੇ ਵੀ ਤਾਂ ਗੁਰੂ ਹੋਏ ਸੀ ਪਰ ਇਸਨੇ ਤਾਂ ਹੱਦ ਕਰ ਦਿੱਤੀ ਹੈ। ਨਾ ਫਕੀਰਾਂ ਵਾਲੀ ਕੋਈ ਰਹਿਣੀ ਬਹਿਣੀ,
ਇਸ ਤਾਂ ਇੱਕ ਪਾਤਸ਼ਾਹ ਵਾਲਾ ਪਹਿਰਾਵਾ ਬਣਾ ਰੱਖਿਆ ਹੈ। ਸ਼ਾਹੀ ਲਿਬਾਸ, ਸਿਰ ਤੇ ਕਲਗੀ, ਹੇਠਾਂ ਨੀਲਾ ਘੋੜਾ ਜੋ ਕਿ ਬਹੁਤ ਕੀਮਤੀ ਹੈ, ਗਲ ਵਿੱਚ ਹੀਰਿਆਂ ਦੀ ਮਾਲਾ। ਫਿਰ ਇਸ ਨੂੰ ਲੋਕਾਂ ਵੱਲੋਂ ਚੜਾਵੇ ਦੀ ਇੰਨੀ ਆਮਦਨ ਹੈ ਜਿੰਨੀ ਕਿ ਸਾਡੇ ਵਿੱਚੋਂ ਕਿਸੇ ਮਹਾਰਾਜੇ ਨੂੰ ਨਹੀਂ। ਬਲਕਿ ਮੈਂ ਤਾਂ ਕਵਾਂਗਾ ਸਾਡੀ 22 ਧਾਰੀਆਂ ਦੀ ਆਮਦਨ ਇੱਕ ਪਾਸੇ ਤੇ ਇਸ ਦੀ ਇਕੱਲੇ ਦੀ ਆਮਦਨ ਇੱਕ ਪਾਸੇ। ਲੋਕ ਦੁਸ਼ਾਲੇ, ਘੋੜੇ, ਪ੍ਰਸ਼ਾਦੀ ਹਾਥੀ, ਵਧੀਆ ਤੋਂ ਵਧੀਆ ਹਥਿਆਰ ਤੇ ਹੋਰ ਇੰਨੀਆਂ ਚੀਜ਼ਾਂ ਚੜਾਉਂਦੇ ਹਨ ਜੋ ਬਿਆਨ ਤੋਂ ਬਾਹਰ ਹਨ। ਜੇ ਕੁਝ ਸਾਲ ਗੁਰੂ ਅਨੰਦਪੁਰ ਟਿਕਿਆ ਰਿਹਾ ਤਾਂ ਇਸਨੇ ਸਾਡੀਆਂ ਰਿਆਸਤਾਂ ਹੀ ਹੜਪ ਕਰ ਜਾਣੀਆਂ ਹਨ। ਸੋ ਅਣਖੀ ਮਹਾਰਾਜਿਓ, ਸੂਰਬੀਰੋ, ਅੱਜ ਇੱਥੇ ਪ੍ਰਤਿੱਗਿਆ ਕਰੋ ਕਿ ਅਸਾਂ ਗੁਰੂ ਨੂੰ ਅਨੰਦਪੁਰੋਂ ਕੱਢ ਕੇ ਹੀ ਦਮ ਲੈਣਾ ਹੈ। ਨਹੀਂ ਤਾਂ ਨਾ ਅਸੀਂ ਰਵਾਂਗੇ, ਨਾ ਸਾਡੇ ਹਿੰਦੂ ਧਰਮ ਦੀ ਪਵਿੱਤਰਤਾ ਕਾਇਮ ਰਹੇਗੀ। ਅਸੀਂ ਉੱਚ ਜਾਤੀ ਦੇ ਹੋ ਕੇ ਸ਼ੂਦਰਾਂ ਦਾ, ਕਮੀਆਂ ਦਾ ਜੂਠਾ ਨਹੀਂ ਖਾਣਾ। ਸਾਡੀ ਇਹੋ ਲੜਾਈ ਹੈ। ਜੇ ਸਾਨੂੰ ਦਿੱਲੀਓਂ ਵੀ ਮਦਦ ਲੈਣੀ ਪਈ ਤਾਂ ਵੀ ਅਸੀਂ ਮੁਗਲ ਫੌਜ ਮੰਗਾ ਕੇ ਵੀ ਇਸ ਦਾ ਬਿਸਤਰਾ ਗੋਲ ਕਰਵਾਵਾਂਗੇ। ਸੋ ਇਸ ਤਰ੍ਹਾਂ ਵੱਧ ਘੱਟ ਬੱਕੜਵਾ ਕਰਦਾ ਕਰਦਾ ਉਹ ਆਪਣੀ ਥਾਂ ਤੇ ਬੈਠ ਗਿਆ। ਇਸੇ ਤਰ੍ਹਾਂ ਵਾਰੋ ਵਾਰੀ ਰਾਜਿਆਂ ਨੇ ਆਪੋ ਆਪਣੇ ਵਿਚਾਰ ਦੱਸੇ ਤੇ ਬੈਠਦੇ ਗਏ। ਅੰਤ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਇੱਕ ਖੂੰਖਾਰ ਹਾਥੀ ਲੈ ਕੇ ਉਸਨੂੰ 2 ਮੱਟ ਸ਼ਰਾਬ ਪਿਆ ਕੇ ਉਸਦੇ ਮੱਥੇ ਤੇ ਫੌਲਾਦੀ ਤਵੇ ਬੰਨ੍ਹ ਕੇ ਸੁੰਡ ਵਿੱਚ ਤਲਵਾਰ ਫੜਾਈ ਜਾਵੇ ਤੇ ਫੌਲਾਦੀ ਉਸਨੂੰ ਸੰਜੋ ਪਹਿਨਾਈ ਜਾਵੇ। ਉਹ ਬਦਮਸਤ ਹਾਥੀ ਛੱਡ ਕੇ ਮਗਰ ਉਸਦੇ ਫੌਜ ਲਾਈ ਜਾਵੇ। ਉਹ ਹਾਥੀ ਜਾ ਕੇ ਲੋਹਗੜ੍ਹ ਨੂੰ ਤੋੜ ਦੇਵੇਗਾ ਤੇ ਫਿਰ ਸਾਡੀ ਫੌਜ ਪੈ ਕੇ ਗੁਰੂ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਇਹ ਮਤਾ ਕੇਸਰੀ ਸਿੰਘ ਨੇ ਪੇਸ਼ ਕੀਤਾ ਤੇ ਚੌਵਾਂ ਪਾਸਿਆਂ ਤੋਂ ਕੇਸਰੀ ਸਿੰਘ ਦੀ ਜੈ, 22 ਧਾਰੀਆਂ ਦੀ ਜੈ ਤੇ ਮਾਤਾ ਦੀ ਜੈ ਨਾਰੇ ਲੱਗਣੇ ਸ਼ੁਰੂ ਹੋ ਗਏ ਤੇ ਮੀਟਿੰਗ ਦੀ ਕਾਰਵਾਈ ਸਮਾਪਤ ਹੋ ਗਈ। ਸਾਰੇ ਮਹਾਰਾਜੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਤੇ ਗੁਰੂ ਮਹਾਰਾਜ ਦੇ ਸੂਈਏ ਨੇ ਵੀ ਵਾਪਸ ਚਾਲੇ ਪਾ ਦਿੱਤੇ। ਕਾਂਡ ਦੂਸਰਾ। ਸਤਿਗੁਰ ਸੱਚੇ ਪਾਤਸ਼ਾਹ ਦੋ ਜਹਾਨ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ਼ਮਸ਼ੇਰ ਬਹਾਦਰ, ਮਹਾਬਲੀ, ਦੁਸ਼ਟ ਦਮਨ, ਗੁਜਰੀ ਦੇ ਤਾਰੇ, ਗੁਰੂ ਤੇਗ ਬਹਾਦਰ ਜੀ ਦੇ ਲਾਡਲੇ ਅੰਮ੍ਰਿਤ ਵੇਲੇ ਤੋਂ ਹੀ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਦੀਵਾਨ ਸਜਾਈ ਬੈਠੇ ਹਨ। ਪਹਿਲੇ ਜਪਜੀ ਸਾਹਿਬ ਦਾ ਪਾਠ, ਫਿਰ ਸੁਖਮਨੀ ਸਾਹਿਬ, ਫਿਰ ਆਸਾ ਜੀ ਦੀ ਵਾਰ ਦਾ ਰੱਬੀ ਕੀਰਤਨ ਹੋਇਆ ਹੈ। ਚੰਡੀ ਦੀ ਵਾਰ, ਜਾਪ ਸਾਹਿਬ, ਆਨੰਦ ਸਾਹਿਬ ਦੇ ਪਾਠ ਦੇ ਭੋਗ ਪਏ ਹਨ। ਕਥਾ ਵੀ ਹੋਈ ਹੈ। ਪ੍ਰਸ਼ਾਦ ਵਰਤ ਚੁੱਕਿਆ ਹੈ। ਮੇਰੇ ਦਾਤਾਰ ਪਿਤਾ ਜ਼ਰੂਰੀ ਵਿਚਾਰਾਂ ਕਰਨ ਲਈ ਸਿੰਘਾਂ ਨੂੰ ਕਹਿ ਰਹੇ ਹਨ। ਸੋ ਸਿੰਘ ਸੂਰਮੇ ਨਾਲ ਜੁੜ ਕੇ ਦੀਵਾਨ ਵਿੱਚ ਬੈਠੇ ਹਨ। ਕੁਝ ਸਿੰਘ ਬਾਹਰੋਂ ਸਿੰਘਾਂ ਜਰਨੈਲਾਂ ਨੂੰ ਸੱਦਣ ਗਏ ਸਨ। ਇੱਕ ਦੂਸਰੇ ਤੋਂ ਵੱਧ ਜਵਾਨ, ਭਰਮੇ ਜਿਸਮ, ਕੁੰਡੀਆਂ ਮੁੱਛਾਂ, ਚਿਹਰੇ ਤੇ ਲਾਲੀਆਂ ਡੁੱਲ ਪੈਂਦੀਆਂ ਹਨ। ਮੇਰੇ ਸ਼ਹਿਨਸ਼ਾਹ ਦੀ ਬਖਸ਼ਿਸ਼ ਨਾਲ, ਨਾਮ ਖੁਮਾਰੀਆਂ ਨਾਲ ਖੀਵੇ ਹੋਏ ਨੈਣ ਮਸ਼ਾਲਾਂ ਵਾਂਗ ਬਲ ਰਹੇ ਹਨ। ਜੋਸ਼, ਜਵਾਨੀ, ਸਿੱਖੀ ਜਜ਼ਬਾ, ਪੰਥਕ ਪਿਆਰ, ਦੇਸ਼ ਪਿਆਰ ਨਾਲ ਰੰਗੇ ਪਏ ਹਨ। ਬਾਹਰ 22 ਧਾਰ ਫੌਜ ਨੇ ਘੇਰਾ ਪਾਇਆ ਹੋਇਆ ਹੈ। 40 ਦਿਨ ਤੋਂ ਭਿਆਨਕ ਜੰਗ ਜਾਰੀ ਹੈ। ਕਈ ਵਾਰੀ 22 ਧਾਰੀ ਫੌਜਾਂ ਆਈਆਂ ਪਰ ਦੁੰਬ ਦਬਾ ਕੇ ਨਸ ਗਈਆਂ। ਅੱਜ ਫਿਰ ਤਾਜ਼ਾ ਦਮ ਫੌਜ ਕਿਲੇ ਦੇ ਬਾਰ-ਬਾਰ ਖਲੋਤੀ ਹੈ, ਪਰ ਅੱਗੋਂ ਵੀ ਸਿੰਘ ਸੂਰਮੇ ਸਿਰਾਂ ਤੇ ਕਫਨ ਬੰਨ੍ਹ ਕੇ ਡਟੇ ਹੋਏ ਹਨ। 22 ਧਾਰ ਫੌਜਾਂ ਨੂੰ ਕਾਫੀ ਦੂਰ ਤੱਕ ਖਿੰਡਾਈ ਖੜੇ ਨੇ, ਜਿੱਥੇ ਵੀਰ ਬਹਾਦਰ ਸਿੰਘ ਖੜੇ ਹਨ। ਕੀ ਮਜਾਲ ਹੈ ਕਿ ਉੱਥੇ ਚਿੜੀ ਵੀ ਫੜਕ ਸਕੇ। ਡਰ ਦੇ ਮਾਰੇ ਪਹਾੜੀਏ ਵਿੱਚੇ ਵਿੱਚ ਮੁਰਝਾਏ ਫੁੱਲਾਂ ਵਾਂਗ ਮੁਰਝਾਏ ਹੋਏ ਹਨ, ਪਰ ਬਾਦਸ਼ਾਹੀ ਹੁਕਮ ਦੇ ਬੱਧੇ ਡਰ ਨਾਲ ਮੋਰਚਾ ਮੱਲੀ ਬੈਠੇ ਹਨ। ਉਹਨਾਂ ਦਾ ਦਿਲ ਸਤਿਗੁਰਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ, ਪਰ ਪੇਟ ਦੀ ਭੁੱਖ ਨੇ ਹੀ ਉਹਨਾਂ ਨੂੰ ਇਹ ਕੁਝ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਤੇ ਉਹ ਡੇਰੇ ਲਾਈ ਬੈਠੇ ਹਨ। ਉਹਨਾਂ ਦੇ ਅੰਦਰ ਇਹ ਵੀ ਵਿਚਾਰ ਹਨ, ਚਲੋ ਜੇ ਸਾਹਿਬਾਂ ਦੇ ਸੋਨੇ ਦੇ ਤੀਰ ਨਾਲ ਮਰ ਗਏ ਤਾਂ ਘਰਦਿਆਂ ਨੂੰ ਧੋਲਾ ਸੋਨਾ ਤੇ ਮਿਲ ਜਾਏਗਾ ਤੇ ਸਾਡੀ ਆਤਮਾ ਨੂੰ ਮੁਕਤੀ। ਬਸ ਇਹੋ ਹੀ ਸ਼ਰਧਾਲੂ ਪਹਾੜੀਆਂ ਦੇ ਮਨ ਦਾ ਜਜ਼ਬਾ ਸੀ, ਸ਼ਰਧਾ ਸੀ, ਵਿਚਾਰ ਸੀ। ਇੱਧਰ ਲੋਹਗੜ੍ਹ ਵਿੱਚ ਮੇਰੇ ਪਾਤਸ਼ਾਹ ਜ਼ਰੂਰੀ ਸ਼ਾਹੀ ਦਰਬਾਰ ਲਾਈ ਬੈਠੇ ਸਨ ਤੇ ਜੰਗੀ ਵਿਚਾਰਾਂ ਹੋ ਰਹੀਆਂ ਸਨ। ਇੰਨੇ ਨੂੰ ਗੁਰੂ ਘਰ ਦੇ ਵਰਸਾਏ ਹੋਏ ਸਿੱਧਕੀ ਸਿੱਖ ਸੂਈਏ ਨੇ ਆ ਕੇ ਸਾਹਿਬਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਨ ਲੱਗਾ, ਮੇਰੇ ਦਾਤਾਰ ਪਾਤਸ਼ਾਹ, ਵੈਰੀ ਬੜਾ ਅਨਰਥ ਕਰਨ ਲੱਗੇ ਜੈ। ਦੁਸ਼ਟਾਂ ਦੀ ਬੁੱਧ ਮਲੀਨ ਹੋ ਗਈ ਹੈ। ਮੈਨੂੰ ਤਾਂ ਇਉਂ ਜਾਪਦਾ ਹੈ ਕਿ ਉਹਨਾਂ ਦੀ ਮੌਤ ਉਹਨਾਂ ਨੂੰ ਵਾਜਾ ਮਾਰ ਰਹੀ ਹੈ। ਉਹਨਾਂ ਦੀ ਤਕਦੀਰ ਉਹਨਾਂ ਨੂੰ ਖੂਹ ਖਾਤੇ ਸੁੱਟਣ ਲਈ ਉਤਾਵਲੀ ਹੈ। ਜਦ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਮਸੀਤੇ ਚੜ੍ਹਦਾ ਹੈ। ਮਹਾਰਾਜ, ਮੇਰੇ ਸ਼ਹਿਨਸ਼ਾਹ, ਇਸ ਪੰਥ ਦੇ ਬਾਗ ਦੇ ਮਾਲੀ
ਇਸ ਨੀਵਿਆਂ ਡਿੱਗੀਆਂ ਬੇਸਹਾਰਿਆਂ ਬੰਦਿਆਂ ਦੇ ਦਰਦੀ ਦਾਤਾ। ਉਹਨਾਂ ਪਹਾੜੀ ਰਾਜਿਆਂ ਬਹੁਤ ਹੀ ਜ਼ਹਿਰ ਉਗਲੀ ਹੈ। ਉਹਨਾਂ ਆਪ ਦੀ ਸ਼ਾਨ ਵਿੱਚ, ਪੰਥ ਦੀ ਸ਼ਾਨ ਵਿੱਚ ਬੜੇ ਕੋਝੇ ਅੱਖਰ ਵਰਤੇ ਹਨ। ਉਹਨਾਂ ਦੀ ਜ਼ੁਬਾਨ ਸੜੇ ਮੈਂ ਬਿਆਨ ਨਹੀਂ ਕਰ ਸਕਦਾ। ਉਹ ਹੰਕਾਰੇ ਹੋਏ ਹਨ। ਉਹ ਰਾਜ ਦੇ ਨਸ਼ੇ ਵਿੱਚ ਅੰਨੇ ਹੋ ਚੁੱਕੇ ਹਨ, ਜੋ ਮੂੰਹ ਆਇਆ ਕਹੀ ਗਏ ਹਨ। ਮੇਰੇ ਸ਼ਹਿਨਸ਼ਾਹ, ਉਹਨਾਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਹੈ। ਸਾਰੇ ਪਹਾੜੀ ਰਾਜੇ ਸੱਦੇ ਹਨ ਤੇ ਖਿਜੇ ਪਏ ਹਨ। ਆਪਣੀ ਹਾਰ ਤੇ 1.5 ਮਹੀਨਾ ਤੇ ਹੋ ਚੁੱਕਿਆ ਹੈ। ਉਹਨਾਂ ਦੀਆਂ ਫੌਜਾਂ ਨੂੰ ਲੜਦਿਆਂ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦਾਤਾਰ ਜੀਓ, ਕੇਸਰੀ ਸਿੰਘ ਨੇ ਸਕੀਮ ਬਣਾਈ ਹੈ ਤੇ ਸਾਰਿਆਂ ਅੱਗੇ ਉਸ ਸਕੀਮ ਨੂੰ ਪੇਸ਼ ਕਰਕੇ ਇਹ ਮਤਾ ਪਾਸ ਕਰਾ ਲਿਆ ਹੈ ਕਿ ਸਾਥੋਂ ਉਸ ਤਰ੍ਹਾਂ ਲੜ ਕੇ ਤਾਂ ਗੁਰਾਂ ਨੂੰ ਜਿੱਤਿਆ ਨਹੀਂ ਜਾਣਾ ਤੇ ਨਾ ਹੀ ਉਹਨਾਂ ਦੇ ਸਿੰਘ ਸਾਡੇ ਪੈਰ ਲੱਗਣ ਦਿੰਦੇ ਹਨ। ਇਸ ਲਈ ਇੱਕ ਮਸਤ ਹਾਥੀ ਲੈ ਕੇ ਉਸ ਨੂੰ ਮੱਟ ਸ਼ਰਾਬ ਪਿਆਈ ਜਾਵੇ ਤੇ ਉਸ ਦੀ ਸੁੰਡ ਵਿੱਚ ਤਲਵਾਰਾਂ ਫੜਾਈਆਂ ਜਾਵੇ, ਮੱਥੇ ਤੇ ਫੌਲਾਦੀ ਤਵੇ ਬੰਨੇ ਜਾਣ। ਇਸ ਹਾਥੀ ਨੂੰ ਅੱਗੇ ਅੱਗੇ ਛੱਡਿਆ ਜਾਵੇ ਤੇ ਪਿੱਛੇ 22 ਧਾਰੀ ਫੌਜ ਭਾਰੀ ਗਿਣਤੀ ਵਿੱਚ ਹੋਵੇ। ਹਾਥੀ ਲੋਹਗੜ੍ਹ ਕਿਲਾ ਤੋੜ ਦੇਗਾ ਤੇ ਇਸ ਤਰ੍ਹਾਂ ਅਸੀਂ ਸਫਲ ਹੋ ਜਾਵਾਂਗੇ। ਸੋ ਮੇਰੇ ਸਾਹਿਬ, ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਦ ਸੂਹੀਏ ਕੋਲੋਂ ਗੁਜਰੀ ਦੇ ਨੈਣਾ ਦੇ ਤਾਰੇ, ਸਤਿਗੁਰ ਤੇਗ ਬਹਾਦਰ ਜੀ ਦੇ ਦੁਲਾਰੇ, ਪੰਥ ਦੇ ਬਾਲੀ, ਦੁਨੀਆ ਦੇ ਰਾਖੇ, ਦੁਸ਼ਟ ਦਮਨ ਪਾਤਸ਼ਾਹ ਨੇ ਪਹਾੜੀਆਂ ਦੀ ਇਹ ਸਾਜ਼ਿਸ਼ ਸੁਣੀ ਤਾਂ ਹਜ਼ੂਰ ਮੁਸਕਰਾਏ। ਫਿਰ ਸੋਹਣੇ ਜਿਹੇ ਮੁਖੜੇ ਚੋਂ ਇਸ ਤਰ੍ਹਾਂ ਫੁੱਲ ਕੇਰੇ ਕਿ ਅੱਛਾ ਸਿੰਘੋ, ਜੇ 22 ਧਾਰੀਆਂ ਦਾ ਮਸਤ ਹਾਥੀ ਹਥਿਆਰਾਂ ਨਾਲ ਲੈਸ ਹੋ ਕੇ ਆਵੇਗਾ ਤਾਂ ਕੋਈ ਪਰਵਾਹ ਨਹੀਂ, ਸਾਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਸਾਡੇ ਪਾਸ ਵੀ ਗੁਰੂ ਕਾ ਹਾਥੀ ਦੁਨੀ ਚੰਦ ਮੌਜੂਦ ਹੈ। ਇਹ ਹਾਥੀ ਉਸ ਹਾਥੀ ਦੀ ਛਾਤੀ ਤੇ ਚੜ੍ਹ ਕੇ ਉਸ ਨੂੰ ਇੱਕ ਕੀੜੇ ਵਾਂਗੂ ਪੈਰਾਂ ਨਾਲ ਮਲ ਕੇ ਮਲੋਲ ਕੇ ਮਾਰ ਸੁੱਟੇਗਾ। ਜੇ ਉਸ ਹਾਥੀ ਅੰਦਰ ਮੱਟ ਸ਼ਰਾਬ ਦੀ ਮਸਤੀ ਹੋਵੇਗੀ ਤਾਂ ਅਸੀਂ ਵੀ ਆਪਣੇ ਹਾਥੀ ਨੂੰ ਨਾਮ ਕੁਮਾਰੀ ਨਾਲ ਮਸਤ ਕਰਕੇ ਤੋਰਾਂਗੇ। ਇਸ ਸਾਡੇ ਹਾਥੀ ਅੱਗੇ ਉਹ ਹਾਥੀ ਨਹੀਂ ਠਹਿਰ ਸਕੇਗਾ। ਜਦ ਮੇਰੇ ਚੋਜੀ ਪ੍ਰੀਤਮ ਨੇ ਚੋਜਾਂ ਭਰੇ ਇਹ ਬਚਨ ਕਹੇ ਤਾਂ ਦੁਨੀ ਚੰਦ ਦੀ ਖਾਨਿਓ ਗਈ। ਅੱਖਾਂ ਅੱਗੇ ਹਨੇਰਾ ਆ ਗਿਆ। ਹੁਣੇ ਡਿੱਗਾ ਕੇ ਡਿੱਗਾ, ਗਮ ਨਾਲ ਬੌਰਾ ਹੋ ਗਿਆ ਤੇ ਉਥੋਂ ਮਹਾਰਾਜ ਨੂੰ ਮੱਥਾ ਟੇਕ ਕੇ ਖਿਸਕ ਆਇਆ। ਆ ਕੇ ਜਿਹੜੇ ਉਸਦੇ ਸਾਥੀ ਸਨ ਉਹਨਾਂ ਨੂੰ ਕਹਿਣ ਲੱਗਾ, ਭਾਈ ਅੱਜ ਤਾਂ ਸਤਿਗੁਰਾਂ ਨੇ ਹੱਦ ਮੁਕਾ ਦਿੱਤੀ ਹੈ। ਮੈਨੂੰ ਕਹਿੰਦੇ ਹਨ ਕਿ ਮਸਤ ਹਾਥੀ ਨਾਲ ਲੜ। ਭਲਾ ਕਿੱਥੇ ਬੰਦਾ ਤੇ ਕਿੱਥੇ ਹਾਥੀ? ਖਬਰੇ ਉਹਨਾਂ ਦੇ ਵਿਚਾਰਾਂ ਵਿੱਚ ਇੰਨਾ ਫਰਕ ਕਿਉਂ ਪੈ ਗਿਆ ਹੈ? ਤੁਸੀਂ ਹੀ ਦੱਸੋ ਹੁਣ ਮੈਂ ਕੀ ਕਰਾਂ? ਕਿੱਥੇ ਅੱਠੇ ਪੈਰ ਮੇਰੀ ਲੰਗਰ ਵਿੱਚ ਸੇਵਾ, ਕੜਾਹ ਪ੍ਰਸ਼ਾਦ ਜਿੰਨਾ ਵੀ ਛਕ ਸਕਾਂ ਮਿਲਦਾ ਹੈ। ਮਹਾਰਾਜ ਵੱਲੋਂ ਕੋਈ ਪਾਬੰਦੀ ਨਹੀਂ, ਖੁੱਲੇ ਗੱਫੇ ਛਕਦਾ ਹਾਂ। ਪਰ ਇਹ ਹੁਣ ਪਸ਼ੂਆਂ ਦੇ ਨਾਲ ਲੜਨ ਲਈ ਵੀ ਮੇਰੀ ਸੇਵਾ ਲਾਉਣ ਲੱਗੇ ਹਨ ਤੇ ਉਹ ਪਸ਼ੂ ਵੀ ਕੋਈ ਮਾੜਾ ਮੋਟਾ ਨਹੀਂ, ਜਿਹਨੂੰ ਕਿ ਮੈਂ ਦਬਕਾ ਮਾਰ ਕੇ ਜਾਂ ਸੋਟ ਮਾਰ ਕੇ ਜਾਂ ਤਲਵਾਰ ਵਿਖਾ ਕੇ ਹੀ ਭਜਾ ਦਿਆਂ। ਅੱਗੋਂ ਪਸ਼ੂ ਹਾਥੀ ਤੇ ਹਾਥੀ ਵੀ ਸ਼ਰਾਬ ਨਾਲ ਮਸਤ ਹੋਇਆ ਹਥਿਆਰ ਬੰਦ ਖੂਨਖਾਰ ਹੈ, ਜਿਹਨੂੰ ਦੂਰੋਂ ਹੀ ਦੇਖ ਕੇ ਬੜੇ ਬੜੇ ਬਹਾਦਰਾਂ ਦੇ ਹਵਾਸ ਗੁੰਮ ਹੋ ਜਾਂਦੇ ਹਨ, ਮੱਥੇ ਤੇ ਤਰੇਲੀ ਆ ਜਾਂਦੀ ਹੈ। ਮੈਂ ਕੀ ਕਰਾਂ, ਕਿੱਥੇ ਡੁੱਬ ਮਰਾਂ? ਮੇਰੇ ਸਾਥੀਓ ਦੱਸੋ ਕੋਈ ਰਸਤਾ, ਨਹੀਂ ਤੇ ਮੇਰਾ ਅੰਤ ਸਮਾਂ ਨੇੜੇ ਆ ਜਾਣਾ ਹੈ। ਮੇਰੇ ਘਰ ਵਾਲੇ ਬੱਚੇ ਵਿਲਕਣਗੇ ਜਦੋਂ ਸੁਣਨਗੇ ਕਿ ਹਾਥੀ ਨਾਲ ਲੜਦੇ ਦੀ ਮੇਰੀ ਹੱਡੀ ਪਸਲੀ ਵੀ ਕੋਈ ਨਹੀਂ ਲੱਭੀ। ਹੇ ਪ੍ਰਭੂ, ਮੇਰੀ ਤੂੰ ਇਸ ਤਰ੍ਹਾਂ ਅਜਾਈ ਹੀ ਮੌਤ ਲਿਖੀ ਹੈ ਕਿ ਮੇਰੀ ਐਡੀ ਸੁਨੱਖੀ ਦੁੱਧ ਘਿਓ ਮੱਖਣਾ ਨਾਲ ਪਲੀ ਦੇਹੀ ਦਾ ਹਾਥੀ ਦੇ ਪੈਰਾਂ ਹੇਠ ਕਚੁੰਬਰ ਨਿਕਲ ਜਾਏਗਾ। ਮੈਂ ਕਿਉਂ ਇੱਥੇ ਆ ਗਿਆ? ਕਿਉਂ ਲਾਲਚ ਕੀਤਾ? ਜੇ ਮੈਨੂੰ ਪਤਾ ਹੁੰਦਾ ਕਿ ਇਸ ਤਰ੍ਹਾਂ ਸਤਿਗੁਰਾਂ ਨੇ ਮੈਨੂੰ ਮਰਵਾ ਦੇਣਾ ਹੈ ਤਾਂ ਮੈਂ ਕਦੇ ਇੱਥੇ ਨਾ ਆਉਂਦਾ, ਆਪਣੇ ਘਰ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦਾ। ਪਰ ਹਾਏ, ਮੇਰੀ ਹੋਣੀ ਮੈਨੂੰ ਘੇਰ ਕੇ ਇੱਥੇ ਲੈ ਆਈ ਹੈ। ਮੈਂ ਹੁਣ ਕੁਝ ਘੜੀਆਂ ਦਾ ਹੀ ਪ੍ਰਾਹੁਣਾ ਹਾਂ। ਘਰ ਵਾਲੇ ਤਾਂ ਸੋਚਦੇ ਹੋਣਗੇ ਕਿ ਗੁਰੂ ਘਰ ਦੀ ਸੇਵਾ ਕਰਨ ਗਿਆ ਹੈ, ਪਰ ਇਹ ਨਹੀਂ ਉਹਨਾਂ ਨੂੰ ਪਤਾ ਕਿ ਇਸ ਸੇਵਾ ਦੇ ਨਾਲ ਇਸ ਦੀ ਆਪਣੀ ਸੇਵਾ ਹੋਣ ਲੱਗੀ ਹੈ ਤੇ ਸੇਵਾ ਵੀ ਇਹੋ ਜਿਹੀ ਕਿ ਆਪਣਾ ਬੋਲੇ ਰਾਮ ਹੀ ਹੋ ਜਾਣਾ ਹੈ। ਹਾਏ ਰੱਬਾ, ਹੁਣ ਕੀ ਬਣੇਗਾ? ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ? ਇਸ ਤਰ੍ਹਾਂ ਕਹਿੰਦਾ ਕਹਿੰਦਾ ਦੁਨੀ ਚੰਦ ਬੇਹੋਸ਼ ਹੋ ਕੇ ਡਿੱਗ ਪਿਆ। ਸਾਥੀਆਂ ਨੇ ਮੂੰਹ ਵਿੱਚ ਪਾਣੀ ਪਾ ਕੇ ਹੋਸ਼ ਵਿੱਚ ਲਿਆਂਦਾ, ਹੌਸਲਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਜਿਵੇਂ ਕਹੋਗੇ ਕਰਾਂਗੇ, ਤੁਹਾਡੀ ਥਾਂ ਤੇ ਮਰਨ ਲਈ ਤਿਆਰ ਹਾਂ। ਸਾਡੇ ਹੁੰਦਿਆਂ ਤੁਸੀਂ ਕਿਉਂ ਘਬਰਾਉਂਦੇ ਹੋ? ਜੇ ਤੁਹਾਨੂੰ ਬਹੁਤਾ ਹੀ ਡਰ ਹੈ ਤਾਂ ਜੋ ਕਰਨਾ ਜੇ ਸੋਚ ਲਵੋ। ਜਦ ਇਸ ਤਰ੍ਹਾਂ ਦੇ ਦਿਲਾਸੇ ਭਰੇ ਬਚਨ ਸਾਥੀਆਂ ਦੇ ਮੂੰਹੋਂ ਸੁਣੇ ਤਾਂ ਦੁਨੀ ਚੰਦ ਨੂੰ ਕੁਝ ਧੀਰਜ ਆਈ ਕਿ ਚਲੋ ਜੋ ਹੋਇਆ ਦੇਖੀ ਜਾਵੇਗੀ, ਦੁੱਖ ਸੁੱਖ ਜੋ ਹੋਇਆ ਰਲ ਕੇ ਕੱਟ ਲਵਾਂਗੇ। ਮੇਰੇ ਸਾਥੀ ਤਾਂ ਮੇਰੇ ਨਾਲ ਹਨ,
ਇਹ ਤਾਂ ਪੂਰੇ ਵਫਾਦਾਰ ਨਿਕਲੇ ਹਨ। ਇਹ ਸੋਚ ਕੇ ਸਾਰਿਆਂ ਸਾਥੀਆਂ ਨੂੰ ਆਪਣੀ ਵਿਚਾਰ ਦੱਸੀ ਕਿ ਇੱਥੋਂ ਚਲੇ ਜਾਈਏ, ਇੱਥੇ ਹੁਣ ਸਾਡਾ ਰਹਿਣਾ ਠੀਕ ਨਹੀਂ, ਤਾਂ ਤੇ ਮੌਤ ਦੇ ਮੂੰਹ ਵਿੱਚ ਆ ਜਾਵਾਂਗੇ। ਕਦੇ ਇੱਥੋਂ ਦੇ ਮਿਲ ਰਹੇ ਸੁੱਖਾਂ ਵੱਲ ਤੱਕਦਾ ਸੀ ਕਿ ਛੱਤੀ ਪਦਾਰਥ ਖਾਣ ਨੂੰ ਮਿਲਦੇ ਹਨ, ਚੰਗਾ ਪਹਿਨਣ ਨੂੰ ਮਿਲਦਾ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਦਾ ਮਾਣ ਪ੍ਰਾਪਤ ਹੈ। ਐਡੀ ਵੱਡੀ ਪਦਵੀ ਜੇ ਛੱਡ ਦਿੱਤੀ ਤਾਂ ਫਿਰ ਨਹੀਂ ਮਿਲਣੀ, ਤੇ ਨਾ ਹੀ ਲੋਕ ਪਰਲੋਕ 'ਚ ਢੋਈ ਮਿਲਣੀ ਹੈ। ਤੇ ਜੇ ਇੱਥੇ ਰਵਾਂ ਤਾਂ ਦੂਜੇ ਪਾਸੇ ਮੌਤ ਭਿਆਨਕ ਰੂਪ ਧਾਰ ਕੇ ਖੜੀ ਹੈ, ਇਸ ਨੇ ਮਿੰਟਾਂ ਸਕਿੰਟਾਂ ਵਿੱਚ ਹੀ ਮੇਰਾ ਕੰਮ ਕਰ ਦੇਣਾ ਹੈ। ਇਸੇ ਸੋਚਾਂ ਵਿੱਚ ਹੀ ਸੀ ਕਿ ਫਿਰ ਦੰਦਨ ਪੈ ਗਈ। ਸਾਥੀ ਦੌੜੇ ਦੌੜੇ ਆਏ ਤੇ ਉਸ ਦਾ ਦਿਲ ਫਿਰ ਖੜਿਆ ਕੀਤਾ ਤੇ ਉੜਕ ਚੱਲੇ ਜਾਣ ਦੀ ਪੱਕੀ ਸਲਾਹ ਬਣਾ ਲਈ। ਜਦ ਅੱਧੀ ਰਾਤ ਬੀਤ ਗਈ, ਕਾਫੀ ਹਨੇਰਾ ਹੋਇਆ ਸੀ। ਦੁਨੀ ਚੰਦ ਤੇ ਉਹਦੇ ਸਾਥੀ ਕਿਲੇ ਦੀ ਕੰਧ ਟੱਪ ਕੇ ਬਾਹਰ ਵੱਲ ਉਤਰ ਗਏ, ਪਰ ਦੁਨੀ ਚੰਦ ਦਾ ਸਰੀਰ ਬਹੁਤ ਭਾਰਾ ਸੀ। ਜਦੋਂ ਉਤਰਨ ਲੱਗਾ ਤਾਂ ਉਹਦੀ ਲੱਤ ਟੁੱਟ ਗਈ। ਪੀੜ ਨਾਲ ਬਹੁਤ ਵਿਆਕੁਲ ਹੋਇਆ, ਫਿਰ ਸ਼ਰਮ ਦੇ ਮਾਰੇ ਨਾ ਵਾਪਸ ਜਾਣ ਜੋਗਾ ਰਿਹਾ ਤੇ ਨਾ ਹੀ ਤੁਰਨ ਜੋਗਾ ਰਿਹਾ। ਉੜਕ ਉਸਦੇ ਸਾਥੀਆਂ ਨੇ ਉਸਨੂੰ ਚੁੱਕ ਕੇ ਉਸਦੇ ਘਰ ਪਹੁੰਚਾ ਦਿੱਤਾ। ਇਸ ਤਰ੍ਹਾਂ ਦੁਨੀ ਚੰਦ ਮਹਾਰਾਜ ਦੇ ਚਰਨਾਂ ਤੋਂ ਵਿਛੜ ਗਿਆ ਤੇ ਸਦਾ ਲਈ ਗੁਰੂ ਘਰ ਤੋਂ ਵਾਂਝਾ ਰਿਹਾ। ਇਹ ਦੁਨੀ ਚੰਦ ਬਾਰੇ ਇਤਿਹਾਸ ਦੱਸਦਾ ਹੈ ਕਿ ਇਹ ਗੁਰੂ ਘਰ ਦੇ ਅਨਿਨ ਭਗਤ ਭਾਈ ਸਾਲੋ ਜੀ ਦਾ ਪੋਤਰਾ ਸੀ। ਚੌਥੇ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਸਾਲੋ ਜੀ ਨੂੰ ਸਿੱਖੀ ਦਾ ਕੁਟਵਾਲ ਕਿਹਾ ਜਾਂਦਾ ਸੀ। ਕਹਿੰਦੇ ਹਨ ਕਿ ਇੱਕ ਵਾਰੀ ਕਾਫੀ ਬਰਸਾਤਾਂ ਹੋਈਆਂ ਤੇ ਇੱਧਰ ਹਰਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ ਤੇ ਇੱਟਾਂ ਮੁੱਕ ਗਈਆਂ, ਪਰ ਉਧਰ ਬਾਰਿਸ਼ ਕਰਕੇ ਬਾਲਣ ਗਿੱਲਾ ਹੋਣ ਕਰਕੇ ਆਵੇ ਨਹੀਂ ਸਨ ਬਲ ਸਕਦੇ ਤੇ ਗੁਰੂ ਘਰ ਦਾ ਸਾਰਾ ਕੰਮ ਰੁਕਿਆ ਹੋਇਆ ਸੀ। ਉਸ ਸਮੇਂ ਭਾਈ ਸਾਲੋ ਜੀ ਨੇ ਘਰ ਘਰ ਜਾ ਕੇ ਆਵਾਜ਼ ਦਿੱਤੀ ਕਿ ਗੁਰੂ ਘਰ ਦੀ ਇਮਾਰਤ ਦੀਆਂ ਇੱਟਾਂ ਪਕਾਉਣ ਵਾਸਤੇ ਤੇ ਨਾਲ ਹੀ ਗੁਰੂ ਘਰ ਦੇ ਲੰਗਰ ਵਾਸਤੇ ਬਾਲਣ ਦੀ ਲੋੜ ਹੈ। ਭਾਗਾਂ ਵਾਲਿਓ, ਰੱਜ ਰੱਜ ਕੇ ਸੇਵਾ ਕਰੋ। ਕੀ ਹੋਇਆ ਜੇ ਬਾਲਣ ਦੀ ਕਮੀ ਹੈ, ਪਰ ਫਿਰ ਵੀ ਸੇਵਾ ਜ਼ਰੂਰ ਕਰੋ। ਜਿਹੜਾ ਮਹਾਰਾਜ ਦੇ ਇਹਨਾਂ ਦੋਹਾਂ ਕਾਰਜਾਂ ਲਈ ਇੱਕ ਇੱਕ ਪਾਥੀ ਦੇਵੇਗਾ, ਉਸਨੂੰ ਸੋਢੀ ਪਾਤਸ਼ਾਹ ਦੇ ਖਜ਼ਾਨਿਓਂ ਇੱਕ ਇੱਕ ਪਾਥੀ ਬਦਲੇ ਇੱਕ ਇੱਕ ਲਾਲ ਮਿਲੇਗਾ। ਲਾਲ ਉਹ ਜਿਸ ਨਾਲ ਕੁਲ ਦਾ ਨਾਂ ਰੌਸ਼ਨ ਹੋਵੇ। ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਦੀ ਦਾਤ ਮਿਲੇਗੀ। ਕਰਮਹੀਨੋ ਆਪਣੇ ਕਰਮਾਂ ਨੂੰ ਰੰਗ ਲਾ ਲਵੋ। ਕਰੋ ਸੇਵਾ ਗੁਰੂ ਘਰ ਦੀ ਤੇ ਲਵੋ ਪੁੱਤਰ ਦੀ ਦਾਤ, ਤੇ ਦਾਤ ਵੀ ਇੰਨੀ ਸਵੱਲੀ ਜੇ ਕਿ ਇੱਕ ਇੱਕ ਪਾਥੀ ਤੋਂ ਇੱਕ ਇੱਕ ਪੁੱਤਰ। ਲਿਆਓ ਬਈ ਗੁਰੂ ਸਵਾਰਿਓ, ਲਿਆਓ ਲਈ ਪੁੱਤਰਾਂ ਦੀ ਦਾਤ ਲੈਣ ਵਾਲਿਓ। ਅੱਜ ਸਤਿਗੁਰ ਆਪਣੇ ਸੇਵਕ ਨੂੰ ਵਡਿਆਈ ਬਖਸ਼ ਰਿਹਾ ਹੈ। ਆਪਣੇ ਨਿਮਾਣੇ ਜਿਹੇ ਸੇਵਕ ਕੋਲੋਂ ਤੁਹਾਨੂੰ ਇੰਨੀ ਸਸਤੀ ਪੁੱਤਰ ਦੀ ਦਾਤ ਦਵਾਈ ਜਾ ਰਿਹਾ ਹੈ। ਆਓ ਸਿੱਖੋ ਸਤਿਗੁਰ ਦੇ ਪਿਆਰਿਓ, ਆਓ। ਬਸ ਇੰਨਾ ਹੀ ਕਹਿਣ ਦੀ ਦੇਰ ਸੀ ਕਿ ਬੀਬੀਆਂ ਮਾਈਆਂ ਗੁਰਸਿੱਖ ਪਾਥੀਆਂ ਦੇ ਟੋਕਰੇ ਚੁੱਕੀ ਲਈ ਆ ਰਹੇ ਹਨ ਤੇ ਕਹਿ ਰਹੇ ਹਨ, ਧੰਨ ਸੋਢੀ ਪਾਤਸ਼ਾਹ ਸਤਿਗੁਰ ਰਾਮਦਾਸ, ਧੰਨ ਤੇਰਾ ਸਿੱਖ ਭਾਈ ਸਾਲੋ, ਧੰਨ ਤੇਰੇ ਚੋਜ, ਧੰਨ ਤੇਰੀ ਕਮਾਈ, ਧੰਨ ਤੂੰ ਤੇ ਧੰਨ ਤੇਰਾ ਦਰਬਾਰ ਸੱਚਖੰਡ ਦਾ ਨਕਸ਼ਾ। ਮੇਰੇ ਦਾਤਾਰ, ਤੂੰ ਇਹਨਾਂ ਸੰਸਾਰੀ ਜੀਵਾਂ ਨੂੰ ਨਾਮਦਾਨ, ਮੁਕਤੀ ਤੇ ਹੋਰ ਦੁਨਿਆਵੀ ਦਾਤਾਂ ਬਖਸ਼ਣ ਲਈ ਇਹ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਸੱਚਖੰਡ ਰਚਿਆ ਹੈ। ਅਸਾਂ ਪਾਪੀਆਂ ਨੇ ਖਬਰੇ ਮਰ ਕੇ ਸੱਚਖੰਡ ਵੇਖਣਾ ਵੀ ਹੈ ਕਿ ਨਹੀਂ, ਪਰ ਮੇਰੇ ਸ਼ਹਿਨਸ਼ਾਹ ਨੇ ਜਿਉਂਦਿਆਂ ਹੀ ਵਿਖਾ ਦਿੱਤਾ ਹੈ ਤੇ ਹੁਕਮ ਕੀਤਾ ਹੈ, ਜੋ ਇਸ ਸੱਚਖੰਡ ਵਿੱਚ 2 ਵੇਲੇ ਹਾਜ਼ਰੀ ਭਰੇਗਾ, ਕੀਰਤਨ ਸੁਣੇਗਾ, ਬਾਣੀ ਸੁਣੇਗਾ, ਉਹ ਸਦਾ ਅਮਰ ਹੋਵੇਗਾ। ਜਿਉਂਦਾ ਵੀ ਸੱਚਖੰਡ ਵਿੱਚ ਤੇ ਮਰ ਕੇ ਵੀ ਸੱਚਖੰਡ ਵਿੱਚ ਜਾਵੇਗਾ। ਧੰਨ ਮੇਰੇ ਦਾਤਾਰ ਪਿਤਾ। ਇਹ ਕਹਿ ਕੇ ਲੋਕਾਂ ਪਾਥੀਆਂ ਦੇ ਢੇਰ ਲਾ ਦਿੱਤੇ ਤੇ ਭਾਈ ਸਾਲੋ ਜੀ ਚਾਈ ਚਾਈ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਤੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਹਜੂਰ ਪਾਤਸ਼ਾਹ, ਆਪ ਦੀ ਮਿਹਰ ਸਦਕਾ ਬਾਲਣ ਕਾਫੀ ਆ ਗਿਆ ਹੈ। ਕਟ ਦੀਆਂ ਜਾਨਣ ਹਾਰੇ ਜਾਨੀ ਜਾਨ ਸਤਿਗੁਰ ਦਿਲ ਦੀ ਜਾਨ ਗਏ ਤੇ ਭਾਈ ਸਾਲੋ ਜੀ ਨੂੰ ਮੁਸਕਰਾ ਕੇ ਬੋਲੇ, ਮੇਰੇ ਪਿਆਰੇ ਸਿੱਖਾਂ ਕੀ ਲੀਲਾ ਰਚਾ ਕੇ ਆਇਆ ਹੈ। ਇੰਨੇ ਸਸਤੇ ਪੁੱਤਰ ਇੱਕ ਇੱਕ ਪਾਥੀ ਤੋਂ ਵੰਡ ਆਇਆ ਹੈ। ਭਾਈ ਸਾਲੋ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ, ਇਹ ਸਭ ਆਪ ਦੇ ਹੀ ਚੋਜ ਹਨ। ਮੈਂ ਨਿਮਾਣੇ ਵਿੱਚ ਇੰਨਾ ਬਲ ਕਿੱਥੋਂ? ਤੂੰ ਆਪ ਹੀ ਸਭ ਕੁਝ ਕਰਵਾ ਰਿਹਾ ਹੈ, ਆਪੇ ਪਾਥੀਆਂ ਦੇ ਰਿਹਾ ਹੈ ਤੇ ਆਪੇ ਪਾਥੀਆਂ ਤੋਂ ਪੁੱਤਰ। ਮੈਨੂੰ ਤਾਂ ਹਰ ਇੱਕ ਦੇ ਚਿਹਰੇ 'ਚੋਂ ਆਪ ਜੀ ਦਾ ਹੀ ਜਲਵਾ ਦਿਸਦਾ ਸੀ, ਆਪ ਦਾ ਹੀ ਪ੍ਰਤੱਖ ਦਰਸ਼ਨ ਹੁੰਦਾ ਸੀ। ਮੇਰੇ ਸਾਹਿਬਾ, ਤੇਰੀਆਂ ਤੂੰ ਹੀ ਜਾਣੇ, ਭਲਾ ਮੇਰੇ ਵਰਗਾ ਮੋਟੀ ਬੁੱਧ ਵਾਲਾ ਕੀ ਆਪ ਦੀ ਲੀਲਾ ਸਮਝ ਸਕਦਾ ਹੈ। ਭਾਈ ਸਾਲੋ ਜੀ ਦੇ ਬਚਨ ਸੁਣ ਕੇ ਮੇਰੇ ਪਾਤਸ਼ਾਹ ਨੇ ਉਸਨੂੰ ਸੀਨੇ ਨਾਲ ਲਾ ਲਿਆ ਤੇ ਕਿਹਾ, ਮੈਂ ਸਦਕੇ ਜਾਵਾਂ ਤੇਰੀ ਨਿਮਰਤਾ, ਗੁਰਮੁਖਤਿਆਈ ਤੇ ਸੇਵਾ ਤੋਂ। ਤੂੰ ਤਾਂ ਮੇਰਾ ਦਿਲ ਹੈ, ਮੇਰੀ ਦੇਹ ਜਾਨ ਹੈ। ਤੇਰੇ ਬੋਲਾਂ ਵਿੱਚ ਮੇਰੇ ਬੋਲ ਹਨ, ਕਿਉਂਕਿ ਮੇਰਾ ਨਾਂ ਤੇਰੀ ਜੀਭ ਤੇ ਹਰ ਘੜੀ ਰਹਿੰਦਾ ਹੈ। ਸੋਢੀ ਪਾਤਸ਼ਾਹ ਤੋਂ ਇਸ ਤਰ੍ਹਾਂ ਪਿਆਰ ਲੈਣ ਵਾਲੇ ਉਸ ਭਾਈ ਸਾਲੋ ਜੀ ਦੇ ਪੋਤਰੇ ਨੇ ਅੱਜ ਗੁਰੂ ਘਰ ਨਾਲ ਤੋੜ ਵਿਛੋੜੀ ਕਰਕੇ ਚੰਗਾ ਬਾਬੇ ਦਾ ਨਾਂ ਰੌਸ਼ਨ ਕੀਤਾ ਹੈ। ਭਾਈ ਸਾਲੋ ਜੀ ਦੀ ਕਰਨੀ ਨਿਆਰੀ ਹੈ।
ਇੱਕ ਹੋਰ ਸਾਖੀ ਵੀ ਹੈ ਜੋ ਕਿ ਇੱਕ ਸਹਿਜਧਾਰੀ ਸਿੱਖ ਜਿਸ ਦੇ ਘਰ ਕੋਈ ਔਲਾਦ ਨਹੀਂ ਸੀ, ਸੋਢੀ ਪਾਤਸ਼ਾਹ ਦੇ ਦਰੋਂ ਉਸ ਨੂੰ ਪੁੱਤਰ ਦੀ ਬਖਸ਼ਿਸ਼ ਹੋ ਗਈ। ਉਹ 1.25 ਮਹੀਨੇ ਦਾ ਜਦੋਂ ਉਸ ਦਾ ਪੁੱਤਰ ਹੋਇਆ, ਉਸ ਨੂੰ ਹਰਿਮੰਦਰ ਸਾਹਿਬ ਮੱਥਾ ਟਿਕਾਉਣ ਲਈ ਲਿਆਂਦਾ। ਮਹਾਰਾਜ ਨੇ ਮੱਥਾ ਟੇਕ ਕੇ ਸਤਿਗੁਰਾਂ ਪਾਸੋਂ ਜਦੋਂ ਬੱਚੇ ਨੂੰ ਆਸ਼ੀਰਵਾਦ ਦਿਵਾ ਕੇ ਉਹ ਦਾਤਾਰ ਪਿਤਾ ਪਾਸੋਂ ਛੁੱਟੀਆਂ ਲੈ ਕੇ ਵਾਪਸ ਗਿਆ, ਭਾਈ ਸਾਲੋ ਜੀ ਅੱਗੋਂ ਮਿਲ ਪਏ। ਉਹਨਾਂ ਦੇ ਮੂੰਹੋਂ ਸੁਭਾਵਕ ਨਿਕਲ ਗਿਆ ਕਿ ਇਸ ਛੋਟੀ ਜਿਹੀ ਲੜਕੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟਿਕਾਉਣ ਗਏ ਸੀ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਬੱਚਾ ਜੋ ਮੁੰਡਾ ਸੀ, ਭਾਈ ਜੀ ਦੇ ਬਚਨਾਂ ਕਾਰਨ ਲੜਕੀ ਬਣ ਗਈ ਤੇ ਉਹ ਪ੍ਰੇਮੀ ਬਹੁਤ ਘਬਰਾਏ। ਮੁੜਦੇ ਪੈਰੀ ਵਾਪਸ ਸ਼੍ਰੀ ਹਰਿਮੰਦਰ ਸਾਹਿਬ ਆ ਪਹੁੰਚੇ ਤੇ ਸਾਰੀ ਕਹਾਣੀ ਸਤਿਗੁਰਾਂ ਨੂੰ ਸੁਣਾਈ ਤੇ ਨਾਲ ਹੀ ਨੇਤਰਾਂ ਵਿੱਚ ਜਲ ਆ ਗਿਆ। ਸੋਢੀ ਪ੍ਰੀਤਮ ਮੇਰਾਂ ਵਿੱਚ ਆ ਗਏ, ਕਹਿਣ ਲੱਗੇ ਚਿੰਤਾ ਨਾ ਕਰੋ, ਇਹ ਲੜਕਾ ਹੀ ਹੈ। ਇੰਨਾ ਕਹਿਣ ਦੀ ਦੇਰ ਸੀ ਕਿ ਉਹ ਲੜਕੀ ਫਿਰ ਲੜਕਾ ਬਣ ਗਿਆ ਤੇ ਦੋਹਾਂ ਜੀਆਂ ਨੇ 100 ਵਾਰ ਮਹਾਰਾਜ ਦਾ ਧੰਨਵਾਦ ਕੀਤਾ। ਥੋੜੀ ਦੂਰ ਹਰਿਮੰਦਰ ਸਾਹਿਬ ਤੋਂ ਅੱਗੇ ਗਏ ਸਨ ਕਿ ਅੱਗੋਂ ਫਿਰ ਭਾਈ ਜੀ ਮਿਲ ਪਏ। ਪੁੱਛਣ ਲੱਗੇ ਕਿ ਇਸ ਛੋਟੀ ਮਾਸੂਮ ਲੜਕੀ ਨੂੰ ਘੜੀ ਮੁੜੀ ਕਿੱਧਰ ਲਈ ਫਿਰਦੇ ਹੋ। ਬਸ ਫਿਰ ਕੀ ਸੀ, ਉਹ ਲੜਕਾ ਫਿਰ ਲੜਕੀ ਬਣ ਗਈ। ਉਹ ਫਿਰ ਸੋਢੀ ਪਾਤਸ਼ਾਹ ਦੇ ਦਰ ਤੇ ਫਰਿਆਦੀ ਆ ਬਣੇ। ਮਹਾਰਾਜ ਬਹੁਤ ਹੈਰਾਨ ਹੋਏ ਤੇ ਫਿਰ ਧੀਰਜ ਦਿੱਤੀ, ਗੁਰਮੁਖੋ ਇਹ ਲੜਕਾ ਹੀ ਹੈ, ਕਿਉਂ ਭਰਮਾਂ ਵਿੱਚ ਪਏ ਹੋ। ਫਿਰ ਉਹ ਗੁਰਮੁਖ ਪਿਆਰੇ ਦੋਵੇਂ ਜੀ ਉਸ ਲੜਕੇ ਨੂੰ ਮੋਢੇ ਲਾਈ ਉਥੋਂ ਫਿਰ ਆ ਗਏ। ਰਸਤੇ ਵਿੱਚ ਤੀਜੀ ਵਾਰ ਭਾਈ ਜੀ ਫਿਰ ਮਿਲੇ ਤੇ ਉਹਨਾਂ ਫਿਰ ਲੜਕੇ ਨੂੰ ਲੜਕੀ ਸ਼ਬਦ ਨਾਲ ਹੀ ਸੰਬੋਧਨ ਕਰਕੇ ਕੋਈ ਬਚਨ ਕੀਤਾ ਤੇ ਉਹ ਲੜਕਾ ਫਿਰ ਲੜਕੀ ਬਣ ਗਈ। ਦੋਵੇਂ ਭਰਤਾਂ ਇਸਤਰੀ ਫਿਰ ਦੋ ਜਹਾਨ ਦੇ ਵਾਲੀ ਸਤਿਗੁਰਾਂ ਦੇ ਦਰਬਾਰ ਵਿੱਚ ਆ ਹਾਜ਼ਰ ਹੋਏ। ਪਰ ਧੰਨ ਮੇਰੇ ਸ਼ਹਿਨਸ਼ਾਹ ਤੂੰ ਧੰਨ ਹੈ, ਆਪਣੇ ਸੇਵਕ ਨੂੰ ਹੀ ਫਿਰ ਮਾਣ ਦੇਣ ਲੱਗੇ ਤੇ ਸਾਰੀ ਗੱਲ ਉਹਨਾਂ ਤੋਂ ਪੁੱਛ ਕੇ ਫਿਰ ਇੱਕ ਸਿੱਖ ਨੂੰ ਭੇਜ ਕੇ ਭਾਈ ਜੀ ਨੂੰ ਮੰਗਾ ਲਿਆ ਤੇ ਪੁੱਛਿਆ, ਦੱਸੋ ਭਾਈ ਸਾਲੋ ਜੀ, ਇਹ ਗੁਰਮੁਖ ਕੀ ਕਹਿੰਦੇ ਹਨ। ਇਹ ਤੁਹਾਡੀ ਸ਼ਿਕਾਇਤ ਕਰਦੇ ਹਨ ਤੇ ਨਾਲ ਹੀ ਬੜੇ ਬੇਚੈਨ ਹਨ। ਦਿਓ ਇਹਨਾਂ ਨੂੰ ਦਿਲਾਸਾ, ਕਰੋ ਇਹਨਾਂ ਤੇ ਕਿਰਪਾ। ਭਾਈ ਜੀ ਸੁਣ ਕੇ ਚਰਨਾਂ ਤੇ ਡਿੱਗ ਪਏ ਤੇ ਗਲ ਵਿੱਚ ਪੱਲਾ ਪਾ ਕੇ ਬੋਲੇ, ਸ਼ਹਿਨਸ਼ਾਹ ਮੈਂ ਨਿਮਾਣਾ ਨਿਤਾਣਾ ਨਿਰਬਲ ਨਾ ਚੀਜ਼, ਜੋ ਕਾਸੇ ਜੋਗਾ ਨਹੀਂ ਤੇ ਕਿਰਪਾਲੂ ਆਪ ਹੋ, ਮਿਹਰਬਾਨ ਆਪ ਹੋ ਤੇ ਕਿਰਪਾ ਮੈਂ ਕਰਾਂ। ਮੇਰੇ ਸ਼ਹਿਨਸ਼ਾਹ ਬਖਸ਼ ਲਵੋ। ਪਰ ਫਿਰ ਮੇਰੇ ਦਾਤਾਰ ਬੋਲੇ, ਭਾਈ ਜੀ ਇਹਨਾਂ ਡੋਲੇ ਹੋਏ ਦਿਲਾਂ ਨੂੰ ਅਡੋਲ ਕਰੋ, ਇਹਨਾਂ ਨੂੰ ਦੱਸੋ ਇਹ ਲੜਕਾ ਹੈ ਕਿ ਲੜਕੀ। ਭਾਈ ਸਾਲੋ ਜੀ ਸਾਧੂ ਸੁਭਾਅ ਗੁਰਮੁਖ ਪਿਆਰੇ ਦਾਤਾਰ ਪਿਤਾ ਦੇ ਰੰਗ ਵਿੱਚ ਰੰਗੇ ਹੋਏ ਕਹਿਣ ਲੱਗੇ, ਜੇ ਮੇਰੇ ਦਾਤਾ ਤੂੰ ਲੜਕੇ ਤੇ ਖੁਸ਼ ਹੈ ਤਾਂ ਫਿਰ ਇਹ ਲੜਕਾ ਹੀ ਸਹੀ। ਇੰਨਾ ਕਹਿਣ ਦੀ ਦੇਰ ਹੀ ਸੀ ਕਿ ਫਿਰ ਉਹ ਲੜਕੀ ਲੜਕਾ ਬਣ ਗਈ। ਇਹ ਵੇਖ ਕੇ ਉਹ ਗੁਰਮੁਖ ਪਿਆਰੇ ਖੁਸ਼ੀ ਵਿੱਚ ਫੁੱਲੇ ਨਹੀਂ ਸੀ ਸਮਾਉਂਦੇ। ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਿਹਰ ਕਰੋ ਦਾਤਾਰ ਜੀ। ਤਦ ਆਸ਼ੀਰਵਾਦ ਲੈ ਕੇ ਉਹ ਗੁਰਮੁਖ ਪਿਆਰੇ ਘਰਾਂ ਨੂੰ ਚਲੇ ਗਏ। ਫਿਰ ਜਦ 11 ਸਾਲ ਦਾ ਬੱਚਾ ਹੋਇਆ ਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਪਿੱਛੋਂ ਫਿਰ ਸਾਲੂ ਦੇ ਟੋਭੇ ਮੱਥਾ ਟਿਕਾਉਣ ਲੈ ਆਏ ਤੇ ਉੱਥੇ ਵੀ ਆਸ਼ੀਰਵਾਦ ਲਈ। ਸੋ ਐਸੇ ਭਾਈ ਸਾਲੋ ਦਾ ਪੋਤਰਾ ਦੁਨੀ ਚੰਦ ਅੱਜ ਗੁਰੂ ਘਰ ਤੋਂ ਬੇਮੁਖ ਹੋ ਕੇ ਦੁੱਖ ਪਾ ਰਿਹਾ ਹੈ ਤੇ ਆਪਣੇ ਆਪ ਨੂੰ ਕੋਸ ਰਿਹਾ ਹੈ ਕਿ ਤੂੰ ਕੀ ਕੀਤਾ। ਤੂੰ ਵੇਖਣਾ ਤੇ ਸੀ ਕਿ ਸਾਹਿਬ ਤੇਰੇ ਨਾਲ ਕੀ ਵਰਤਾਰਾ ਕਰਦੇ ਹਨ। ਗੁਰੂ ਘਰ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ, ਗੁਰੂ ਘਰ ਵਿੱਚ ਕਿਸੇ ਨਾਲ ਧੱਕਾ ਨਹੀਂ। ਗੁਰੂ ਘਰ ਵਿੱਚ ਸੇਵਾ ਕਰਨ ਵਾਲੇ ਹਰ ਗੁਰਸਿੱਖ ਨੂੰ ਸਿੱਖੀ ਦੀ ਕਸਵੱਟੀ ਤੇ ਲਾ ਕੇ ਪਰਖਿਆ ਜਾਂਦਾ ਹੈ। ਜੋ ਸਿਦਕੋ ਨਹੀਂ ਡੋਲਦੇ, ਸਤਿਗੁਰ ਉਹਨਾਂ ਦੇ ਅੰਗ ਸੰਗ ਹੈ। ਸਿਦਕੋ ਡੋਲਿਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਮੰਗਿਆ ਖੈਰ ਨਹੀਂ ਮਿਲਦਾ, ਉਮਰ ਭਰ ਭਟਕਣਾ ਪੈਂਦਾ ਹੈ। ਇਸ ਤਰ੍ਹਾਂ ਦੀਆਂ ਦਲੀਲਾਂ ਕਰਦਾ ਦੁਨੀ ਚੰਦ ਆਪਣੀ ਮੌਤ ਨੂੰ ਉਡੀਕ ਰਿਹਾ ਸੀ ਤੇ ਘੜੀਆਂ ਗਿਣਦਾ ਸੀ ਕਿ ਕਦੋਂ ਇਸ ਜੀਵਨ ਯਾਤਰਾ ਨੂੰ ਖਤਮ ਕਰਾਂਗਾ। ਘਰ ਦੀਆਂ ਝਿੜਕਾਂ ਹਨੇਰੇ ਭੁੱਖ ਕੇ ਉਸ ਨੂੰ ਹਾਲੋ ਬਿਹਾਲ ਕਰ ਦਿੱਤਾ ਸੀ। ਕਦੇ ਕਹਿੰਦਾ ਸੀ, ਮੈਂ ਆਪਣੀ ਜਾਨ ਪਿਆਰੀ ਕਰਕੇ ਆਪਣੇ ਖਾਨਦਾਨ ਨੂੰ ਕਲੰਕਿਤ ਕਰ ਦਿੱਤਾ ਹੈ। ਬਾਬੇ ਸਾਲੋ ਜੀ ਦੇ ਨਾਮ ਨੂੰ ਚਮਕਾਉਣ ਦੀ ਬਜਾਏ ਮੇਰੀ ਜ਼ੁਬਾਨ ਸੜ ਜਾਏ, ਕੀ ਕਵਾਂ ਕੀ ਕਰ ਦਿੱਤਾ ਹੈ। ਉਹ ਤਾਂ ਗੁਰਸਿੱਖੀ ਦੇ ਸੂਰਜ ਸਨ, ਲੋਕਾਂ ਦੇ ਕਾਲੇ ਦਿਲ ਗਿਆਨ ਦੀ ਲੋ ਨਾਲ ਲਾ ਕੇ ਰੌਸ਼ਨ ਕਰਦੇ ਰਹੇ ਹਨ। ਪਰ ਮੈਂ ਅਭਾਗਾ, ਕੜਾਹ ਤਾਂ ਰੱਜ ਰੱਜ ਕੇ ਛਕਦਾ ਰਿਹਾ ਹਾਂ, ਕੀਮਤੀ ਬਸਤਰ ਵੀ ਪਹਿਨਦਾ ਰਿਹਾ, ਪਰ ਜਦ ਪਰਖ ਦਾ ਵੇਲਾ ਆਇਆ ਤਾਂ ਗੁਰੂ ਘਰ ਨਾਲ ਗੱਦਾਰੀ ਕੀਤੀ। ਇਹ ਕਹਿੰਦਾ ਕਹਿੰਦਾ ਬਾਵਰਾ ਜਿਹਾ ਹੋ ਕੇ ਆਪਣਾ ਆਪ ਭੁੱਲ ਜਾਂਦਾ ਸੀ। ਤੀਜਾ ਕਾਂਡ। ਦੋ ਜਹਾਨ ਵਾਲੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਲਾਹੀ ਦਰਬਾਰ ਲਾਈ ਬੈਠੇ ਹਨ। ਢਾਡੀ ਸਿੰਘ ਬੀਰਸ ਦੀਆਂ ਗੁਰੂ ਘਰ ਦੀਆਂ ਵਾਰਾਂ ਗਾ ਰਹੇ ਹਨ। ਬਹਾਦਰ ਤੇ ਅਣਖੀਲੇ ਸਿੰਘ ਸਿੱਖੀ ਸ਼ਮਾ ਦੇ ਪਰਵਾਨੇ ਸੁਣ ਸੁਣ ਕੇ ਮੁਸ਼ਹਿਰਿਆਂ ਨੂੰ ਵੱਟ ਚਾੜ ਰਹੇ ਹਨ। ਅੱਖਾਂ ਨਾਮ ਖੁਮਾਰੀ ਨਾਲ ਮਸਤ ਹੋਈਆਂ ਹਨ। ਹੋਣ ਵੀ ਕਿਉਂ ਨਾ। ਸਾਹਿਬਾਂ ਦੀ ਨਜ਼ਰ ਸਵੱਲੀ ਨੇ ਸਭ ਨੂੰ ਨਾਮ ਕੁਮਾਰੀ ਦੇ ਜਾਮ ਖੁੱਲੇ ਦਿਲੇ ਵੰਡੇ ਹਨ।
ਅੰਮ੍ਰਿਤ ਦੀ ਦਾਤ ਬਖਸ਼ ਕੇ ਡਰਪੋਕਾਂ ਨੂੰ ਬਲਵਾਨ ਬਣਾ ਦਿੱਤਾ ਹੈ। ਹੱਟੀ ਤੇ ਬੈਠਣ ਵਾਲਿਆਂ ਨੂੰ ਅਥਾਹ ਸ਼ਕਤੀ ਬਖਸ਼ ਦਿੱਤੀ ਹੈ। ਤੱਕੜੀ ਤੋਲਣ ਵਾਲਿਆਂ ਨੂੰ ਸਿੰਘ ਸਜਾ ਕੇ ਹੱਥਾਂ ਵਿੱਚ ਤਲਵਾਰਾਂ ਫੜਾ ਦਿੱਤੀਆਂ ਹਨ। ਧੰਨ ਮੇਰੇ ਦਸ਼ਮੇਸ਼, ਤੂੰ ਹੀ ਦੇਸ਼ ਦੇ ਕਲੇਸ਼ ਕੱਟੇ ਹਨ। ਪਿਆਰੇ ਭਾਰਤ ਵਰਸ਼ ਨੂੰ ਸੁਖੀ ਕਰਨ ਲਈ ਤੂੰ ਕੀ ਨਹੀਂ ਕੀਤਾ। 9 ਸਾਲ ਦੀ ਉਮਰ ਵਿੱਚ ਪਿਤਾ ਦੀ ਕੁਰਬਾਨੀ ਦਿੱਤੀ। ਤਨ ਮਨ ਧਨ ਦੇਸ਼ ਦੇ ਦੁਖੀਆਂ ਦੀ ਭੇਟਾ ਕੀਤਾ ਹੈ। 100 ਦੀਆਂ ਲਾਡਲੀਆਂ ਫੌਜਾਂ 20 ਰਸ ਦੇ ਪ੍ਰਸੰਗ ਸੁਣ ਸੁਣ ਕੇ ਸਿੱਖੀ ਜਜ਼ਬਿਆਂ ਵਿੱਚ ਭਰਪੂਰ ਹੋਈਆਂ ਬੈਠੀਆਂ ਹਨ। ਇੱਕ ਇੱਕ ਸਿੰਘ ਲੱਖ ਲੱਖ ਤੇ ਭਾਰੂ ਹੈ। ਰਗਾਂ ਵਿੱਚ ਸਿੱਖੀ ਸਪਿਰਟ, ਦਿਲ ਵਿੱਚ ਦੁਖੀਆਂ ਦਾ ਦਰਦ, ਜਿਸਮ ਦੀ ਮਿੱਟੀ ਪਰਉਪਕਾਰ ਦੀ ਬਣ ਚੁੱਕੀ ਹੈ। ਧੱਕਾ ਹੁੰਦਾ ਵੇਖ ਕੇ ਜਰ ਨਹੀਂ ਸਕਦਾ। ਨਿਮਾਣੀ ਨਿਤਾਣੀ ਲਈ ਸਭ ਕੁਝ ਵਾਰਨ ਨੂੰ ਤਿਆਰ। ਐਸੇ ਅਗੰਮੀ ਦਰਬਾਰ ਦੀ ਸ਼ਾਨ ਨਿਰਾਲੀ ਹੈ। ਇੰਨੇ ਨੂੰ ਇੱਕ ਸਿੱਖ ਨੇ ਆ ਕੇ ਦੱਸਿਆ, ਹੇ ਸਤਿਗੁਰ ਸੱਚੇ ਪਾਤਸ਼ਾਹ, ਦੋ ਜਹਾਨ ਵਾਲੀ ਜਾਨੀ ਜਾਨ ਸਾਹਿਬ, ਕੱਲ ਰਾਤ ਦੁਨੀ ਚੰਦ ਜਿਹਨੂੰ ਤੁਸੀਂ ਗੁਰੂ ਕਾ ਹਾਥੀ ਕਹਿੰਦੇ ਸੀ, ਆਪ ਦੇ ਮੁਖਾਰ ਬਿੰਦ ਤੋਂ ਨਿਕਲੇ ਬੋਲ ਸੁਣ ਕੇ ਕਿ ਪਹਾੜੀ ਰਾਜਿਆਂ ਦੇ ਖੂੰਖਾਰ ਹਾਥੀ ਨਾਲ ਮੁਕਾਬਲਾ ਕਰਨ ਲਈ ਸਾਡੇ ਪਾਸ ਗੁਰੂ ਕਾ ਹਾਥੀ ਹੈ, ਆਪਣੇ ਸਾਥੀਆਂ ਸਣੇ ਕਿਲੇ ਦੀ ਕੰਧ ਟੱਪ ਕੇ ਨਸ ਗਿਆ ਹੈ। ਮਹਾਰਾਜ, ਇਹ ਮਹਾਨ ਹਸਤੀ ਭਾਈ ਸਾਲੋ ਦਾ ਪੋਤਰਾ ਹੈ। ਉਹ ਅੱਜ ਗੁਰਸਿੱਖੀ ਵੱਲੋਂ ਤੇ ਆਪ ਦੇ ਚਰਨਾਂ ਵੱਲੋਂ ਬੇਮੁਖ ਹੋ ਗਿਆ ਹੈ। ਕੇਵਲ ਆਪਣੀ ਜਾਨ ਬਚਾਉਣ ਲਈ, 4 ਦਿਨ ਦੁਨੀਆ ਦਾ ਸੁੱਖ ਭੋਗਣ ਲਈ, ਆਪਣੇ ਪਰਿਵਾਰ ਵਿੱਚ ਰਹਿਣ ਲਈ ਮੋਹ ਮਾਇਆ ਦੀ ਭੁੱਖ ਨੇ ਉਹਦੀ ਬੁੱਧੀ ਹੋਰ ਦੀ ਹੋਰ ਕਰ ਦਿੱਤੀ ਹੈ। ਗੁਰੂ ਘਰ ਦੇ ਛੱਤੀ ਪਦਾਰਥ ਉਸਨੂੰ ਚੰਗੇ ਲੱਗਦੇ ਸੀ, ਪਰ ਪਰਖ ਵੇਲੇ ਇੱਕਦਮ ਸਿਦਕ ਛੱਡ ਗਿਆ। ਮੇਰੇ ਸਾਹਿਬਾ, ਇਹ ਉਸਨੇ ਇਸ ਤਰ੍ਹਾਂ ਕਿਉਂ ਕੀਤਾ? ਉਹਦੀ ਮੱਤ ਨੂੰ ਕੀ ਹੋ ਗਿਆ? ਹੇ ਘਟ ਦੀਆਂ ਜਾਣਨਹਾਰ, ਅੰਤਰਜਾਮੀ ਤਰਲੋਕੀ ਨਾਥ ਸਤਿਗੁਰ, ਮਿਹਰ ਕਰੋ ਤੇ ਦੱਸੋ ਉਸਨੇ ਇਸ ਤਰ੍ਹਾਂ ਕਿਉਂ ਸਾਰੀ ਉਮਰਾਂ ਦੀ ਕੀਤੀ ਕਤਰੀ ਕਮਾਈ ਖੂਹ ਵਿੱਚ ਸੁੱਟ ਦਿੱਤੀ। ਸਿੱਦਕੀ ਸਿੰਘ ਪਾਸੋਂ ਇਸ ਤਰ੍ਹਾਂ ਦੇ ਸ਼ਰਧਾ ਭਰੇ ਹੈਰਾਨੀ ਵਾਲੇ ਅੱਖਰ ਸੁਣ ਕੇ ਕਲਗੀਧਰ ਪਾਤਸ਼ਾਹ ਮੁਸਕਰਾਏ। ਚਿਹਰਾ ਅਨੋਖੇ ਰੰਗ 'ਚ ਰੰਗਿਆ ਗਿਆ। ਨੈਣਾਂ 'ਚੋਂ ਨਾਮ ਖੁਮਾਰੀਆਂ ਛਲਕਣ ਲੱਗੀਆਂ। ਅੰਮ੍ਰਿਤੀ ਬੁੱਲੀਆਂ 'ਚੋਂ ਅੰਮ੍ਰਿਤਮਈ ਬਚਨ ਨਿਕਲੇ। ਸਿੰਘ ਜੀ, ਘਬਰਾਉਣ ਵਾਲੀ ਕਿਹੜੀ ਗੱਲ ਹੈ? ਕੋਈ ਗੱਲ ਨਹੀਂ। ਜੇ ਉਹ ਚਲਿਆ ਗਿਆ ਤਾਂ ਉਸਦੀ ਮਰਜ਼ੀ। ਭਾਈ ਗੁਰਮੁਖ ਪਿਆਰਿਆ, ਉਸਦਾ ਸਾਡੇ ਪਾਸ ਇੰਨਾ ਹੀ ਅਨਜਲ ਹੋਣਾ ਹੈ। ਉਸਦੇ ਭਾਗ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਿਆ। ਇਹ ਤਾਂ ਕਰਮਾਂ ਵਾਲੇ ਹੀ ਗੁਰੂ ਘਰ 'ਚੋਂ ਦਾਤਾਂ ਪ੍ਰਾਪਤ ਕਰ ਸਕਦੇ ਹਨ। ਉਹਨਾਂ ਤੇ ਐਵੇਂ ਹੀ ਸਿਦਕ ਛੱਡ ਦਿੱਤਾ। ਗੁਰੂ ਘਰ ਤੋਂ ਬੇਮੁਖ ਹੋਣ ਵਾਲੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਹਦੀ ਕੋਈ ਹਾਮੀ ਨਹੀਂ ਭਰਦਾ। ਉਹ ਸੰਸਾਰ ਤੇ ਸਦਾ ਹੀ ਨਿਰਾਸ਼ਤਾ ਦਾ ਮੂੰਹ ਦੇਖਦਾ ਹੈ ਤੇ ਠੋਕਰਾਂ ਖਾਂਦਾ ਹੈ। ਉਸਨੂੰ ਇਸ ਤਰ੍ਹਾਂ ਕਰਨ ਨਾਲ ਨੁਕਸਾਨ ਰਹਿਣਾ ਹੈ, ਪਰ ਵਾਹਵਾ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸਭ ਕੁਝ ਹੁਕਮ ਦੀ ਖੇਡ ਹੈ। ਜਦ ਸਤਿਗੁਰ ਸੱਚੇ ਪਾਤਸ਼ਾਹ ਦੀ ਜ਼ਬਾਨੋਂ ਇਹ ਬਚਨ ਨਿਕਲੇ ਤੇ ਸਾਰੀ ਸੰਗਤ ਵਿੱਚ ਦੁਨੀ ਚੰਦ ਦੀ ਕਾਫੀ ਚਰਚਾ ਹੋਈ। ਕੁਝ ਸਮਾਂ ਬੀਤਣ ਪਿੱਛੋਂ ਮੇਰੇ ਸ਼ਹਿਨਸ਼ਾਹ ਨੇ ਇੱਕ ਅਨੋਖਾ ਕੌਤਕ ਵਰਤਾਇਆ ਕਿ ਪਤਲੇ ਜਿਹੇ ਮਾੜੇ ਜਿਹੇ ਚਿਟਕੂ ਸਿੱਖ ਵੱਲ ਇਸ਼ਾਰਾ ਕੀਤਾ ਕਿ ਚਲੋ ਗੁਰੂ ਦਾ ਹਾਥੀ ਚਲਾ ਗਿਆ ਤਾਂ ਗੁਰੂ ਦੇ ਸਿੰਘ ਤੇ ਇੱਥੇ ਹੀ ਹੈ ਨਾ। ਸਿੰਘਾਂ ਦੇ ਹੁੰਦਿਆਂ ਭਲਾ ਹਾਥੀਆਂ ਦੀ ਲੋੜ ਹੈ? ਜਿਹੜਾ ਮੋਰਚਾ ਸਿੰਘ ਮਾਰਨਾ ਹੈ ਉਹ ਹਾਥੀ ਨਹੀਂ ਮਾਰ ਸਕਦੇ। ਚਲੋ ਇਹ ਸਾਡਾ ਲਾਡਲਾ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰੇਗਾ। ਸਤਿਗੁਰੂ ਨਾਨਕ ਦਾ ਇਸ ਦੀ ਪਿੱਠ ਤੇ ਹੱਥ ਹੋਵੇਗਾ। ਇਹ ਤੂਫਾਨ ਵਾਂਗ ਅੱਗੇ ਵਧੇਗਾ। ਇਹਦੇ ਅੱਗੇ ਇੱਕ ਹਾਥੀ ਕੀ 1000 ਬਦਮਸਤ ਖੁੰਖਾਰ ਹਾਥੀ ਵੀ ਨਹੀਂ ਠਹਿਰ ਸਕਣਗੇ। ਇਹਨੂੰ ਗੁਰੂ ਘਰੋਂ ਐਸੀ ਨਾਗਨੀ ਦਿੱਤੀ ਜਾਏਗਾ ਜਿਹੜਾ ਪਹਾੜੀ ਰਾਜਿਆਂ ਦੇ ਹਾਥੀ ਦਾ ਕਾਲ ਬਣੇਗਾ। ਇਹ ਗੁਰੂ ਦਾ ਲਾਡਲਾ ਸਿੰਘ ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਮਿੱਟੀ 'ਚ ਮੇਲ ਕੇ ਰੱਖ ਦੇਗਾ। ਜਦ ਮਹਾਰਾਜ ਨੇ ਅਜਿਹੇ ਵੀਰਤਾ ਭਰੇ ਅੱਖਰ ਕਹੇ ਤਾਂ ਬਚਿੱਤਰ ਸਿੰਘ ਚਰਨਾਂ ਤੇ ਢਹਿ ਪਿਆ। ਫਿਰ ਦਾਤਾਰ ਪਾਤਸ਼ਾਹ ਨੇ ਉਸਨੂੰ ਚੁੱਕਿਆ ਤੇ ਗਲ ਨਾਲ ਲਾ ਕੇ ਬੋਲੇ, ਬਚਿੱਤਰ ਸਿੰਘਾ, ਤਿਆਰ ਹੋ ਜਾ। ਬਚਿੱਤਰ ਸਿੰਘ ਦੇ ਚਿਹਰੇ ਤੇ ਅਗੰਮੀ ਨੂਰ ਡਲਕਣ ਲੱਗ ਪਿਆ। ਸੁੱਚੇ ਲਾਲ ਵਾਂਗੂ ਚਿਹਰਾ ਦਗਦਗ ਕਰਨ ਲੱਗਾ। ਮੁਸ਼ਹਿਰਿਆਂ ਨੂੰ ਵੱਟ ਦੇ ਕੇ ਜੋਸ਼ ਨਾਲ ਕੁੰਡਲਦਾਰ ਬਣਾਉਣ ਲੱਗ ਪਿਆ। ਡੋਲੇ ਫਰਕਣ ਲੱਗ ਪਏ ਤੇ ਹਜੂਰ ਅੱਗੇ ਗਲ ਵਿੱਚ ਪੱਲਾ ਪਾ ਕੇ ਖਲੋ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮੇਰੇ ਪਾਤਸ਼ਾਹ, ਜੇ ਤੇਰੀ ਬਖਸ਼ਿਸ਼ ਹੋ ਜਾਏ, ਤੇਰੀ ਮਿਹਰ ਹੋ ਜਾਏ ਤਾਂ ਪਿੰਗਲਾ ਪਰਬਤ ਤੇ ਚੜ ਸਕਦਾ ਹੈ। ਗੂੰਗੇ ਜ਼ਬਾਨ ਦੀ ਜ਼ਬਾਨ ਚੱਲਣ ਲੱਗ ਪੈਂਦੀ ਹੈ। ਮੂਰਖ ਵੀ ਵਿਦਵਾਨ ਨਾਲ ਚਰਚਾ ਕਰ ਸਕਦਾ ਹੈ। ਇਸੇ ਤਰ੍ਹਾਂ ਜੇ ਆਪ ਦਾ ਹੱਥ ਮੇਰੀ ਪਿੱਠ ਤੇ ਹੋਵੇ ਤਾਂ ਮੈਂ ਇੱਕ ਹਾਥੀ ਕੀ ਲੱਖਾਂ ਹਾਥੀਆਂ ਨੂੰ ਪੈਰਾਂ ਹੇਠ ਮਲ ਸਕਦਾ ਹਾਂ। ਪਰਬਤਾਂ ਨੂੰ
ਧੱਕਾ ਮਾਰ ਡੇਗ ਸਕਦਾ ਹਾਂ। ਮੇਰੇ ਸਾਹਿਬਾ, ਤੇਰੀ ਦਇਆ ਦ੍ਰਿਸ਼ਟੀ ਮੇਰੇ ਵਰਗੇ ਨਾਚੀਜ਼ ਬੰਦੇ ਦਾ ਜੀਵਨ ਪਲਟ ਸਕਦੀ ਹੈ। ਮਹਾਰਾਜ ਕਿਰਪਾ ਕਰੋ, ਹੁਕਮ ਦਿਓ ਦਾਸ ਨੂੰ, ਇਹ ਜਾ ਕੇ ਆਪਣੀ ਪੰਥਕ ਡਿਊਟੀ ਨੂੰ ਸੰਭਾਲ ਲਵੇ ਤੇ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਵੇ। ਮੇਰੇ ਸ਼ਹਿਨਸ਼ਾਹ ਕਲਗੀਧਰ ਪਿਤਾ ਨੇ ਮੇਰਾ ਵਿੱਚ ਆ ਕੇ ਆਪਣੇ ਸੇਵਕ ਦਾ ਹੌਸਲਾ ਪਹਾੜ ਚੇਡਾ ਕਰ ਦਿੱਤਾ। ਉਸ ਦੀ ਪਿੱਠ ਤੇ ਥਾਪਣਾ ਦਿੱਤੀ, ਮੂੰਹੋਂ ਆਸ਼ੀਰਵਾਦ ਦਿੱਤੀ। ਬਸ ਫਿਰ ਕੀ ਸੀ? ਬਚਿੱਤਰ ਸਿੰਘ ਦੇ ਅੰਦਰ ਕੋਈ ਅਗੰਮੀ ਸ਼ਕਤੀ ਆ ਗਈ। ਉਸਨੂੰ ਇਹ ਪ੍ਰਤੀਤ ਹੋਣ ਲੱਗਾ ਕਿ ਉਸਦੇ ਅੰਦਰ ਹਜ਼ਾਰਾਂ ਹਾਥੀਆਂ, ਸੈਂਕੜੇ ਸ਼ੇਰਾਂ ਜਿੰਨਾ ਬਲ ਆ ਗਿਆ ਹੈ। ਉਹਦੀਆਂ ਅੱਖਾਂ 'ਚੋਂ ਜੋਸ਼ ਨਾਲ ਲਾਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਡੋਲੇ ਫਰਕ ਰਹੇ ਸੀ। ਦਿਲ ਹਾਥੀ ਨਾਲ ਮੁਕਾਬਲਾ ਕਰਨ ਲਈ ਉਤਾਵਲਾ ਹੋ ਰਿਹਾ ਸੀ। ਅੱਖਾਂ ਹਾਥੀ ਦੀ ਉਡੀਕ ਬੇਸਬਰੀ ਨਾਲ ਕਰਨ ਲੱਗੀਆਂ। ਬਚਿੱਤਰ ਸਿੰਘ ਸੋਚਦਾ ਸੀ ਕਿ ਕਦੋਂ ਹਾਥੀ ਆਵੇ ਤੇ ਮੈਂ ਉਸ ਨਾਲ ਟੱਕਰ ਲਵਾਂ ਤੇ ਉਸਨੂੰ ਭੋਏ ਤੇ ਪਟਕਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ। ਉਸ ਦੇ ਅੰਦਰ ਦੀ ਵਿਥਿਆ ਅਜੀਬ ਜਿਹੀ ਬਣ ਚੁੱਕੀ ਸੀ। ਉਸ ਹੁਣ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮਹਾਰਾਜ ਹਾਥੀ ਛੇਤੀ ਆਵੇ ਤੇ ਮੈਂ ਆਪਣੇ ਫਰਜ਼ ਵੱਲੋਂ ਸੁਰਖਰੂ ਹੋਵਾਂ ਤੇ ਕੰਨਾਂ ਨਾਲ ਦੁਨੀਆ ਨੂੰ ਇਹ ਕਹਿੰਦਿਆਂ ਸੁਣਾ ਕਿ ਧੰਨ ਸਤਿਗੁਰ ਕਲਗੀਧਰ ਪਾਤਸ਼ਾਹ ਤੇ ਧੰਨ ਉਸਦੇ ਸਿੰਘ ਹਨ, ਜਿਹੜੇ ਜਾਨਾਂ ਤਲੀ ਤੇ ਰੱਖ ਕੇ ਵੀ ਸਿੱਖੀ ਦੀ ਸ਼ਾਨ ਬਰਕਰਾਰ ਰੱਖਦੇ ਹਨ। ਬਚਿੱਤਰ ਸਿੰਘ ਦੇ ਅੰਦਰ ਦੀ ਜਦ ਇਹ ਹਾਲਤ ਹੋ ਗਈ ਤਾਂ ਘਟ ਦੀ ਜਾਨਨਹਾਰ ਸੋਢੀ ਸੁਲਤਾਨ ਸਾਹਿਬ ਦਸ਼ਮ ਪਾਤਸ਼ਾਹ ਨੇ ਬਚਿੱਤਰ ਸਿੰਘ ਨੂੰ ਸੱਦਿਆ ਤੇ ਬਚਨ ਕੀਤਾ, ਮੇਰੇ ਲਾਡਲੇ ਸਿੰਘਾ, ਮੇਰੀ ਜਿੰਦ ਜਾਨ, ਮੇਰੀਆਂ ਆਸਾਂ ਸਦਰਾਂ, ਸਫਲਤਾ ਦੇ ਚਾਨਣ ਮੁਨਾਰੇ ਤੇਰੇ ਜਿਹੇ ਹੀ ਸਿੱਖੀ ਨੂੰ ਜਗ ਤੇ ਰੋਸ਼ਨ ਕਰਦੇ ਹਨ। ਤੂੰ ਬਿਲਕੁਲ ਸੰਤੁਸ਼ਟ ਹੋ ਕੇ ਆਪਣੇ ਮਨ ਨੂੰ ਆਪਣੇ ਵਸ ਰੱਖ ਤੇ ਅਕਾਲ ਪੁਰਖ ਵੱਲ ਧਿਆਨ ਧਰ। ਜਦੋਂ ਹਾਥੀ ਆਵੇ ਉਦੋਂ ਆਪਣੇ ਅੰਮ੍ਰਿਤੀ ਜੋਹਰ ਵਿਖਾਵੀਂ। ਸਤਿਗੁਰੂ ਨਾਨਕ ਤੇਰੇ ਅੰਗ ਸੰਗ ਹੈ। ਤੂੰ ਕਿਉਂ ਉਤਾਵਲਾ ਹੋ ਰਿਹਾ ਹੈ? ਤੇਰਾ ਦਿਲ ਕਿਉਂ ਬੇਚੈਨ ਹੋ ਰਿਹਾ ਹੈ? ਇਹ ਬਚਨ ਕਰਕੇ ਦਾਤਾਰ ਪਿਤਾ ਆਪਣੇ ਸੁਖ ਆਸਨ ਤੇ ਚਲੇ ਗਏ ਤੇ ਬਚਿੱਤਰ ਸਿੰਘ ਆਪਣੇ ਟਿਕਾਣੇ ਪੁੱਜ ਗਿਆ। ਕਾਂਡ ਚੌਥਾ। ਉਧਰ ਜਦ ਪਹਾੜੀ ਰਾਜਿਆਂ ਦੇ ਸੂਹੀਏ ਨੇ ਉਹਨਾਂ ਨੂੰ ਜਾ ਖਬਰ ਦਿੱਤੀ ਕਿ ਦਸ਼ਮ ਪਾਤਸ਼ਾਹ ਦਾ ਇੱਕ ਸਿੰਘ ਤੁਹਾਡੇ ਹਾਥੀ ਦਾ ਮੁਕਾਬਲਾ ਕਰੇਗਾ ਤਾਂ ਉਹ ਖਿੜਖਿੜਾ ਕੇ ਹੱਸ ਪਏ। ਭਲਾ ਇਹ ਕਿਵੇਂ ਹੋ ਸਕਦਾ ਹੈ? ਕਿੱਥੇ ਹਾਥੀ, ਕਿੱਥੇ ਬੰਦਾ? ਖਬਰੇ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਕਿਉਂ ਕਰਨ ਲੱਗ ਪਏ ਹਨ? ਭਲਾ ਹਾਥੀ ਨਾਲ ਇਕੱਲਾ ਬੰਦਾ ਲੜ ਸਕਦਾ ਹੈ? ਸਾਰੀ ਪਹਾੜੀ ਫੌਜ ਇਕੱਠੀ ਕੀਤੀ ਗਈ। ਪਹਾੜੀ ਰਾਜੇ ਬਹੁਤ ਖੁਸ਼ ਸਨ ਕਿ ਅਸਾਂ ਮੋਰਚਾ ਮਾਰ ਲੈਣਾ ਹੈ। ਸਤਿਗੁਰਾਂ ਨੂੰ ਤੇ ਉਹਨਾਂ ਦੇ ਸਿੰਘਾਂ ਨੂੰ ਭਾਜਣਾ ਪਾ ਦੇਣੀਆਂ ਹਨ। ਇਹ ਉਹਨਾਂ ਦੀ ਆਖਰੀ ਤੇ ਤਸੱਲੀ ਬਖਸ਼ ਚਲਾਕੀ ਭਰੀ ਚਾਲ ਸੀ। ਉਹ ਸਮਝਦੇ ਸਨ ਕਿ ਹੁਣ ਜ਼ਿੰਦਗੀ ਮੌਤ ਦਾ ਸਵਾਲ ਹੈ। ਜੇ ਸਾਡਾ ਹਾਥੀ ਕਿਸੇ ਕਾਰਨ ਕਿਲਾ ਨਾ ਤੋੜ ਸਕਿਆ ਜਾਂ ਨਾ ਕਾਮਯਾਬ ਹੋ ਸਕਿਆ ਤਾਂ ਸਾਡੀ ਬਹੁਤ ਹੇਠੀ ਹੋਵੇਗੀ ਤੇ ਫੌਜਾਂ ਦਾ ਨੁਕਸਾਨ ਵੀ ਹੋਵੇਗਾ। ਉਹਨਾਂ ਨੇ ਹਾਥੀ ਨੂੰ ਨੌਕਰ ਲਾ ਕੇ ਖੂਬ ਮਾਲਸ਼ਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਕੀਮਤੀ ਤਾਕਤ ਵਾਲੀਆਂ ਕਈ ਨਿਹਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਉਸ ਦੀ ਖੁਰਾਕ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਕਰ ਦਿੱਤੀ। ਕਈ ਤਾਕਤ ਦੀਆਂ ਦਵਾਈਆਂ ਤੇ ਕਈ ਪ੍ਰਕਾਰ ਦੀਆਂ ਚੀਜ਼ਾਂ ਖਵਾਉਣੀਆਂ ਸ਼ੁਰੂ ਕੀਤੀਆਂ ਕਿ ਹਾਥੀ ਕਿਸੇ ਪੱਖ ਤੋਂ ਕਮਜ਼ੋਰ ਨਾ ਰਹਿ ਜਾਏ। ਇਸ ਤਰ੍ਹਾਂ ਕਾਫੀ ਦਿਨ ਹਾਥੀ ਦੀ ਸੇਵਾ ਹੁੰਦੀ ਰਹੀ। ਉੜਕ ਉਹ ਦਿਨ ਆ ਗਿਆ ਜਦੋਂ ਕਿ ਹਾਥੀ ਦੇ ਜ਼ੋਰ ਵੇਖਣੇ ਸੀ। ਹਾਥੀ ਨੂੰ ਖੂਬ ਸ਼ਰਾਬ ਨਾਲ ਰਜਾਇਆ ਗਿਆ। ਫੌਲਾਦੀ ਤਵੇ ਉਸਦੇ ਸੀਸ ਲਾਗੇ ਆਸ-ਪਾਸ ਬੰਨੇ ਗਏ। ਉਹਦੀ ਸੁੰਡ ਵਿੱਚ ਤਲਵਾਰ ਫੜਾਈ ਗਈ। ਜਦ ਕੇਸਰੀ ਸਿੰਘ ਤੇ ਭੀਮ ਚੰਦ ਨੇ ਹਾਥੀ ਹਥਿਆਰਾਂ ਨਾਲ ਸ਼ਿੰਗਾਰਿਆ ਵੇਖਿਆ ਤਾਂ ਖੁਸ਼ੀ ਨਾਲ ਉਛਲ ਖਲੋਤੇ। ਚਾਵਾਂ ਨਾਲ ਫੁੱਲੇ ਨਹੀਂ ਸਨ ਸਮਾਉਂਦੇ ਕਿ ਅੱਜ ਅਸਾਂ ਮੋਰਚਾ ਫਤਿਹ ਕਰ ਲੈਣਾ ਹੈ। ਕਦੇ ਜੈ ਮਾਈਆਂ ਦੀ, ਜੈ ਭੌਣਾ ਵਾਲੀ, ਜੈ ਮਹਾਂਬੀਰ ਦੀ ਇਸ ਤਰ੍ਹਾਂ ਦੇ ਜੈਕਾਰੇ ਲਾ ਰਹੇ ਸਨ। ਹਾਥੀ ਦੀ ਡੀਲ ਡੌਲ ਵੇਖ ਕੇ ਉਹਨਾਂ ਦੇ ਦਿਲ ਦੀ ਆਸ ਫਿਰ ਜਵਾਨ ਹੋ ਗਈ। ਉਹਨਾਂ ਨੂੰ ਯਕੀਨ ਹੋ ਗਿਆ ਕਿ ਹੁਣ ਲੋਹਗੜ੍ਹ ਕਿਲੇ ਨੂੰ ਸਾਡਾ ਹਾਥੀ ਏਦਾਂ ਤੋੜ ਦੇਵੇਗਾ ਜਿਸ ਤਰ੍ਹਾਂ ਖੰਡ ਦੇ ਖਿਡੌਣੇ ਨੂੰ ਇੱਕ ਬੱਚਾ ਚੱਕ ਮਾਰ ਕੇ ਖਾ ਜਾਂਦਾ ਹੈ। ਸਾਡਾ ਹਾਥੀ ਇਸ ਤਰ੍ਹਾਂ ਸਿੰਘਾਂ ਤੇ ਅਚਾਨਕ ਹੀ ਜਾ ਪਏਗਾ ਜਿਸ ਤਰ੍ਹਾਂ ਕਿ ਅਸਮਾਨੋਂ ਬਿਜਲੀ ਡਿੱਗ ਪੈਂਦੀ ਹੈ। ਕਾਲੇ ਬੱਦਲ ਵਾਂਗ, ਕਾਲੇ ਦਿਓ ਵਾਂਗ ਜਦੋਂ ਚਿੰਗਾੜ ਦਾ ਮੈਦਾਨ ਵਿੱਚ ਜਾਵੇਗਾ ਤਾਂ ਧਰਤੀ ਹਿੱਲ ਜਾਵੇਗੀ। ਬੜੇ ਬਹਾਦਰ ਸੂਰਮੇ ਸਿੰਘ ਖਵਾਉਣ ਵਾਲੇ ਡਹਿਲ ਜਾਣਗੇ। ਪਿੱਛੇ ਪਿੱਛੇ ਫੌਜਾਂ ਹੋਣਗੀਆਂ। ਹਾਥੀ ਕਿਲੇ ਦਾ ਦਰਵਾਜ਼ਾ ਭੰਨ ਦੇਗਾ ਤੇ ਬਾਹਰਲੇ ਸਿੰਘ ਬਾਹਰਲੀਆਂ ਫੌਜਾਂ ਘੇਰ ਲੈਣਗੀਆਂ ਤੇ ਫਿਰ ਹਾਥੀ ਅੰਦਰ ਜਾ ਕੇ ਸਭ ਸਿੰਘ ਦਲ ਦੇਗਾ ਤੇ ਬਾਕੀ ਬਚੇ ਸਿੰਘ ਸਾਡੀਆਂ ਫੌਜਾਂ ਘੇਰ ਲੈਣਗੀਆਂ ਤੇ ਸਾਡੀ ਅਵਸ਼ ਫਤਿਹ ਹੋਵੇਗੀ। ਭੀਮ ਚੰਦ ਜੀ, ਤੁਸੀਂ ਇਹ ਗੱਲ ਮੰਨਦੇ ਹੋ ਨਾ ਕਿ ਸਾਡੀ ਸਕੀਮ ਦੀ ਕਿੰਨੀ ਕਾਮਯਾਬੀ ਹੈ? ਕੇਸਰੀ ਸਿੰਘ ਦੇ ਜ਼ਮੀਨ ਤੇ ਜ਼ੋਰ ਦੀ ਹੱਥ ਫੜਿਆ। ਨੇਜਾ ਬੜੇ ਜੋਸ਼ ਨਾਲ ਗੱਡ ਕੇ ਕਿਹਾ। ਭੀਮ ਚੰਦ, ਹਾਂ ਜੀ ਹਾਂ ਭਾਈ ਸਾਹਿਬ, ਇਹ ਸਕੀਮ ਆਪ ਦੀ ਬਹੁਤ ਕਾਮਯਾਬ ਹੈ। ਤੁਸਾਂ ਤਾਂ ਸਾਰੇ ਹਿੰਦੂ ਧਰਮ ਦੀ ਪਵਿੱਤਰਤਾ ਨੂੰ ਬਚਾ ਲਿਆ ਹੈ। ਇਹ ਤੁਹਾਡੀ ਸੇਵਾ ਰਹਿੰਦੀ ਦੁਨੀਆ ਤੱਕ ਇਤਿਹਾਸ ਦੇ ਵਰਕਿਆਂ ਤੇ ਸੁਨਹਿਰੀ ਅੱਖਰਾਂ ਵਿੱਚ
ਲਿਖੀ ਜਾਵੇਗੀ। ਕੇਸਰੀ ਸਿੰਘ ਖਿੜਖਿੜਾ ਕੇ ਹੱਸ ਕੇ ਕਹਿਣ ਲੱਗਾ, ਵੀਰ ਜੀ, ਇਹ ਸਭ ਤੁਹਾਡੇ ਭਰਾਵਾਂ ਦਾ ਉੱਦਮ ਹੈ। ਜਿੰਨਾ ਮੀਟਿੰਗ ਕੀਤੀ ਤੇ ਮੇਰੇ ਦਿਮਾਗ ਵਿੱਚ ਇਹ ਗੱਲ ਆ ਗਈ। ਭੀਮ ਚੰਦ, ਆਹੋ ਵੀਰ ਜੀ, ਨਹੀਂ ਤੇ ਖਬਰੇ ਕਿੰਨੀਆਂ ਕੁ ਹੋਰ ਫੌਜਾਂ ਮਰਵਾਉਂਦੇ ਤੇ ਖਬਰੇ ਕਿੰਨਾ ਚਿਰ ਹੋਰ ਰਗੜੀ ਦੇ ਰਹਿੰਦੇ। ਇਹ ਤੁਹਾਨੂੰ ਖੂਬ ਸੁੱਚੀ ਹੈ। ਬਹਾਦਰਾਂ ਦਾ ਖੂਨ ਸਦਾ ਹੱਕ ਇਨਸਾਫ ਲਈ ਗਰਮ ਹੁੰਦਾ ਹੈ ਤਾਂ ਜ਼ਰੂਰ ਰਸਤਾ ਕੱਢ ਹੀ ਲੈਂਦਾ ਹੈ। ਕੇਸਰੀ ਸਿੰਘ, ਜੇ ਮੈਨੂੰ ਕੁਝ ਸਮਾਂ ਹੋਰ ਨਾ ਐਸੀ ਸੋਚ ਆਉਂਦੀ ਤਾਂ ਖਬਰੇ ਹੋਰ ਕਿੰਨਾ ਕੁ ਨੁਕਸਾਨ ਕਰਾ ਲਿਆ ਹੁੰਦਾ। ਵੇਲੇ ਸਿਰ ਹੀ ਸਕੀਮ ਫੁਰਾਈ ਹੈ, ਠੀਕ ਹੈ ਨਾ ਵੀਰ ਭੀਮ ਚੰਦ ਜੀ? ਤੁਸੀਂ ਦੱਸੋ, ਇਹ ਸਕੀਮ ਖੂਬ ਹੈ ਨਾ? ਭੀਮ ਚੰਦ, ਮੈਂ ਤਾਂ ਕਹਿੰਦਾ ਹਾਂ ਕਮਾਲ ਹੀ ਹੋ ਗਈ ਹੈ। 1000 ਬੰਦੇ ਮਰਵਾਉਣ ਨਾਲੋਂ ਇਹ ਹਾਥੀ ਦੀ ਗੱਲ ਤਾਂ ਇੰਨੀ ਚੰਗੀ ਹੈ ਕਿ ਇਸ ਦੀਆਂ ਖੂਬੀਆਂ ਬਿਆਨੀਆਂ ਨਹੀਂ ਜਾਂਦੀਆਂ। ਇੱਕ ਹਾਥੀ ਨੇ ਤਾਂ ਸੈਂਕੜੇ ਸਿੰਘ ਸੂਰਮੇ ਪੈਰਾਂ ਹੇਠ ਲਿਤਾੜ ਦੇਣੇ ਹਨ। ਚੰਗਾ ਹੀ ਹੋਇਆ ਜੇ ਇਹ ਸਕੀਮ ਆਪਨੇ ਦੱਸ ਦਿੱਤੀ, ਨਹੀਂ ਤਾਂ ਕਲਾ ਕਲਾ ਸਿੰਘ ਸਾਡੇ ਬੇਸ਼ੁਮਾਰ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਅਸੀਂ ਤਾਂ ਇਹਨਾਂ ਨਾਲ ਵਾਰਾ ਨਹੀਂ ਵੱਟ ਸਕਦੇ। ਸਿੰਘ ਨੇ ਕਿ ਕੋਈ ਬਲਾ ਨੇ, ਜੋ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਐਸਾ ਜ਼ੋਰ ਦੀ ਛੱਡਦੇ ਹਨ ਕਿ ਸਾਡੀਆਂ ਫੌਜਾਂ ਸਹਿਮ ਨਾਲ ਹੀ ਨੀਮ ਜਾਣ ਹੋ ਜਾਂਦੀਆਂ ਹਨ। ਭਲਾ ਹੋਵੇ ਤੁਹਾਡਾ ਜਿਨ੍ਹਾਂ ਨੇ ਇਹ ਸਕੀਮ ਦੱਸੀ ਹੈ। ਕੇਸਰੀ ਸਿੰਘ, ਵੀਰ ਭੀਮ ਚੰਦ, ਇਹ ਤਾਂ ਐਵੇਂ ਹੀ ਦਿਮਾਗ ਵਿੱਚ ਖਿਆਲ ਆ ਗਿਆ। ਇਹੋ ਜਿਹਾ ਸੁਲੱਖਣਾ ਵੇਲਾ ਕਦੇ ਕਦੇ ਆਉਂਦਾ ਹੈ ਜਦੋਂ ਐਸੀਆਂ ਠੋਸ ਸਕੀਮਾਂ ਸੁਝਦੀਆਂ ਹਨ। ਬਸ ਹੁਣ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੰਘ ਕੁਝ ਥੋੜੇ ਹੀ ਸਮੇਂ ਦੇ ਪ੍ਰਾਹੁਣੇ ਹਨ। ਉਹ ਵੇਲਾ ਦੂਰ ਨਹੀਂ ਜਦੋਂ ਕਿ ਸਾਡੀ ਆਨੰਦਪੁਰੀ ਇਹਨਾਂ ਤੋਂ ਸਾਫ਼ ਕਰਵਾ ਲਵਾਂਗੇ। ਭੀਮ ਚੰਦ, ਆਹੋ ਵੀਰ ਜੀ, ਤਦੇ ਹੀ ਸਾਨੂੰ ਤੇ ਸਾਡੀ ਪਰਜਾ ਨੂੰ ਸੁੱਖ ਦਾ ਸਾਹ ਆਉਣਾ ਹੈ ਜਦੋਂ ਕਿ ਇਹ ਆਨੰਦਪੁਰੀ ਸਤਿਗੁਰਾਂ ਨੇ ਛੱਡੀ, ਨਹੀਂ ਤੇ ਖਬਰੇ ਅੱਜ ਹੋਰ ਕਿੰਨਾ ਸਮਾਂ ਦੁੱਖ ਭੋਗਣਾ ਪੈਣਾ ਸੀ। ਇਸ ਹਾਥੀ ਦੀ ਸਕੀਮ ਨੇ ਸਾਡੇ ਦਿਲ ਬਾਗੋ-ਬਾਗ ਕਰ ਦਿੱਤੇ ਹਨ। ਸਾਡੇ ਦਿਲਾਂ ਦਾ ਭਾਰ ਹੌਲਾ ਹੋ ਚੁੱਕਾ ਹੈ। ਹੁਣ ਸਾਨੂੰ ਘਬਰਾਉਣ ਦੀ ਕੀ ਲੋੜ ਹੈ? ਸਾਡੀ ਰੱਬ ਦੇ ਘਰ ਸੁਣੀ ਗਈ ਹੈ ਤੇ ਹੁਣ ਹਾਥੀ ਨੇ ਸਾਡੀਆਂ ਸਭੇ ਆਸਾਂ ਪੂਰੀਆਂ ਕਰ ਦੇਣੀਆਂ ਹਨ। ਕੇਸਰੀ ਸਿੰਘ ਖੁਸ਼ੀ ਵਿੱਚ ਬੜਾ ਆਪਣੇ ਆਪ ਵਿੱਚ ਫੁੱਲ ਕੇ ਕਹਿਣ ਲੱਗਾ, ਬਸ ਭੀਮ ਚੰਦ ਜੀ, ਅਸਾਂ 22 ਧਾਰਾਂ ਦੀ ਰਾਖੀ ਬੜੀ ਅਕਲ ਨਾਲ ਕੀਤੀ ਹੈ। ਇਹ ਤਾਂ ਹੁਣ 8 ਪੈਰਾਂ ਦੀ ਖੇਡ ਹੈ। ਹਾਥੀ ਜਦੋਂ ਛੱਡ ਦਿੱਤਾ, ਪੌਂ 12 ਹੋਣਗੀਆਂ। ਭੀਮ ਚੰਦ, ਬਹੁਤ ਹੀ ਸਵਾਦ ਆਇਆ ਹੈ ਜਦ ਇਸ ਸਕੀਮ ਨੂੰ ਸਿਰੇ ਚਾੜਿਆ ਹੈ। ਸਭ ਪਰਜਾ ਸੁਣ ਕੇ ਪ੍ਰਸੰਨ ਹੋਈ ਹੈ। ਸਾਰੇ ਰਾਜੇ ਆਪ ਦੀ ਦਿਮਾਗੀ ਕਾਢ ਨੂੰ ਬਹੁਤ ਸਲਾਹੁੰਦੇ ਹਨ। ਤੁਹਾਡੀ ਹਰ ਥਾਂ ਜੈ ਜੈਕਾਰ ਹੋ ਰਹੀ ਹੈ। ਕੇਸਰੀ ਸਿੰਘ, ਹੁਣ ਸਾਨੂੰ ਢਿੱਲਿਆ ਨਹੀਂ ਪੈਣਾ ਚਾਹੀਦਾ। ਅੱਜ ਅਸਾਂ ਹਾਥੀ ਨੂੰ ਲੈਸ ਕਰਕੇ ਤੇ ਸ਼ਰਾਬ ਨਾਲ ਮਸਤ ਕਰਕੇ ਦੇਖ ਲਿਆ ਹੈ। ਹੁਣ ਅਸੀਂ ਕਾਮਯਾਬ ਹਾਂ। ਕੱਲ ਇਸ ਤੋਂ 4 ਗੁਣਾ ਵੱਧ ਸ਼ਰਾਬ 2 ਮੱਟ ਪਹਿਲੇ ਤੋੜਦੀ ਇਸ ਹਾਥੀ ਨੂੰ ਪਿਆਏ ਜਾਣ ਤੋਂ ਮਗਰੋਂ ਛੱਡ ਦਿੱਤਾ ਜਾਵੇ ਤੇ ਸਾਰੀ ਆਪਣੀ ਸੇਨਾ ਪਿੱਛੇ ਹੋਵੇ। ਅੱਗੇ ਅੱਗੇ ਹਾਥੀ ਹੋਵੇ, ਹਾਥੀ ਕਿਲਾ ਤੋੜੇ ਤੇ ਸੇਨਾ ਹੱਥੋਂ ਹੱਥੀ ਪੈ ਕੇ ਸਿੰਘਾਂ ਦਾ ਸਫਾਇਆ ਕਰ ਦੇਵੇ ਤੇ ਗੁਰੂ ਨੂੰ ਘੇਰੇ ਵਿੱਚ ਲੈ ਕੇ ਜਿਉਂਦਿਆਂ ਫੜ ਕੇ ਦਿੱਲੀ ਪਹੁੰਚਾ ਕੇ ਬਾਦਸ਼ਾਹ ਪਾਸੋਂ ਇਨਾਮ ਪ੍ਰਾਪਤ ਕਰੀਏ ਤੇ ਸ਼ਾਹੀ ਖਾਨਦਾਨ ਅੰਦਰ ਆਪਣਾ ਮਾਣ ਹੋਰ ਵਧੇਗਾ। ਕਿਉਂ ਭੀਮ ਚੰਦ ਜੀ, ਕੀ ਵਿਚਾਰ ਜੇ? ਦਿਓ ਕੋਈ ਨੇਕ ਰਾਏ, ਠੀਕ ਹੈ? ਭੀਮ ਚੰਦ, ਵੀਰਾ, ਇਹ ਤਾਂ ਮੈਂ ਪਹਿਲੇ ਹੀ ਸੋਚੀ ਬੈਠਾ ਹਾਂ। ਹੁਣ ਹਿੰਮਤ ਦੀ ਲੋੜ ਹੈ। ਬਸ ਸਭ ਕੰਮ ਰਾਸ ਹੋਇਆ ਸਮਝੋ। ਹੁਣ ਵੇਖਾਂਗੇ ਭਲਾ ਸਤਿਗੁਰ ਕਿਵੇਂ ਆਪਣਾ ਬਚਾਅ ਕਰਦਾ ਹੈ। ਹਾਥੀ ਨਾਲ ਲੜਨ ਲਈ ਭਲਾ ਅਸਮਾਨ ਤੋਂ ਜਮਾਂ ਨੂੰ ਸੱਦੇਗਾ। ਵੇਖੀਏ ਹੁਣ ਕੀ ਕਰਦਾ ਹੈ। ਆਹ ਸਿੰਘ ਤਾਂ ਹਾਥੀ ਨੂੰ ਵੇਖ ਕੇ ਹੀ ਨਾ ਨੱਸੇ ਤਾਂ ਸਾਨੂੰ ਪਹਾੜੀਏ ਨਾ ਕਹਿਣਾ। ਅਸੀਂ ਵੀ ਤਣਖੀ ਮਾਂ ਦੇ ਜਾਏ ਹਾਂ। ਇੱਕ ਵਾਰ ਜ਼ਰੂਰ ਐਸੇ ਹੱਥ ਵਿਖਾਵਾਂਗੇ ਤੇ ਸਭ ਸੋਚਣਗੇ ਕਿ ਇਹ ਕੀ ਹੋ ਗਿਆ। ਕੇਸਰੀ ਸਿੰਘ, ਤੁਸੀਂ ਵੇਖ ਲੈਣਾ ਤੁਹਾਡਾ ਕੇਸਰੀ ਸਿੰਘ ਕਿਵੇਂ ਅੱਗੇ ਲੜਾਈ ਦਾ ਰੰਗ ਬੰਨ੍ਹਦਾ ਹੈ। ਹੁਣ ਅੱਗੇ ਵਰਗਾ ਸਿੰਘਾਂ ਵਿੱਚ ਉਤਸ਼ਾਹ ਨਹੀਂ ਰਿਹਾ। ਭੀਮ ਚੰਦ, ਸਿੰਘ ਵਿਚਾਰੇ ਵੀ ਕੀ ਕਰਨ, ਭੁੱਖੇ ਭਾਣੇ। ਭਲਾ ਢਿੱਡੋਂ ਭੁੱਖਾ ਵੀ ਕੋਈ ਲੜ ਸਕਦਾ ਹੈ। ਕੇਸਰੀ ਸਿੰਘ ਜੀ, ਬਸ ਹੁਣ ਖੇਲ ਖਤਮ ਹੀ ਸਮਝੋ। ਕੇਸਰੀ ਸਿੰਘ, ਫਿਰ ਫੌਜਾਂ ਦੀ ਜਰਨੈਲ ਨੂੰ ਹੁਕਮ ਦਿਓ ਕਿ ਫੌਜਾਂ ਇਕੱਠੀਆਂ ਕਰਨ। ਭੀਮ ਚੰਦ ਨੇ ਸਭ ਜਰਨੈਲਾਂ ਨੂੰ ਸੱਦਿਆ। ਸਾਂਝੀ ਲੜਾਈ ਕਰਨ ਲਈ ਸਕੀਮਾਂ ਘੜਨੀਆਂ ਸ਼ੁਰੂ ਹੋ ਗਈਆਂ। ਹਰ ਜਰਨੈਲ ਨੂੰ ਹਦਾਇਤਾਂ ਕੀਤੀਆਂ ਗਈਆਂ ਤੇ ਨਾਲ ਹੀ ਜਿੱਤਣ ਦੀ ਖੁਸ਼ੀ ਵਿੱਚ ਇਨਾਮ ਵੰਡਣ ਦਾ ਲਾਲਚ ਵੀ ਦਿੱਤਾ ਗਿਆ। 5ਵਾਂ ਕਾਂਡ। ਜਦੋਂ ਸਭ ਫੌਜਾਂ ਇਕੱਠੀਆਂ ਹੋ ਗਈਆਂ ਤਦ ਕੇਸਰੀ ਸਿੰਘ ਨੇ ਸਭ ਫੌਜਾਂ ਸਾਹਮਣੇ ਬੜੀ ਭੜਕਾਊ ਤਕਰੀਰ ਕੀਤੀ, ਜਿਸ ਨੂੰ ਸੁਣ ਕੇ ਸਭ ਫੌਜੀ ਫਿਰ ਤਿਆਰ ਬਰ ਤਿਆਰ ਹੋ ਗਏ। ਕੇਸਰੀ ਸਿੰਘ ਨੇ ਕਿਹਾ, ਮੇਰੇ ਬਹਾਦਰ ਦੇਸ਼ ਭਗਤ ਸਿਪਾਹੀਓ, ਹੁਣ ਤੁਹਾਨੂੰ ਲੜਨਾ ਨਹੀਂ ਪਵੇਗਾ। ਜਦੋਂ ਹਾਥੀ ਕਿਲਾ ਤੋੜ ਦੇਵੇ ਤਾਂ ਕੇਵਲ ਅੱਗੇ ਵੱਧ ਕੇ ਸਿੰਘਾਂ ਨੂੰ ਘੇਰਨ ਦੀ ਹੀ ਲੋੜ ਹੈ। ਉਹ ਵਿਚਾਰੇ ਤਾਂ ਹੁਣ ਘੜੇ ਦੀਆਂ ਮੱਛੀਆਂ ਹੀ ਸਮਝੋ। ਫਿਰ ਸਾਡੇ ਤਰਸ ਤੇ ਹੀ ਹੋਵੇਗਾ।
ਛੱਡੀਏ ਜਾਂ ਨਾ ਛੱਡੀਏ, ਮਾਰੀਏ ਜਾਂ ਮਾਫ ਕਰੀਏ, ਸਾਡੀ ਤਲਵਾਰ ਜਾਂ ਰਹਿਮਤ ਫੈਸਲਾ ਕਰੇਗੀ। ਮੇਰੇ ਜਾਨਬਾਜ਼ ਬਹਾਦਰੋ, ਧਾਰ ਲਓ ਜਵਾਲਾ ਦਾ ਰੂਪ। ਦੁਰਗਾ ਮਾਤਾ ਤੁਹਾਡੇ ਅੰਗ ਸੰਗ ਹੈ, ਤੁਹਾਡੀ ਜ਼ਰੂਰ ਸਹਾਇਤਾ ਕਰੇਗੀ। ਤੁਸਾਂ ਹੱਕ ਲਈ, ਧਰਮ ਲਈ, ਦੇਸ਼ ਲਈ, ਆਪਣੀ ਸੱਭਿਅਤਾ ਲਈ ਲੜਨਾ ਹੈ। ਤੁਹਾਡੀ ਅਣਖ ਨੂੰ ਚੈਲੰਜ ਹੈ। ਰਾਜਪੂਤੀ ਵੀਰਤਾ ਨੂੰ ਖਤਮ ਕੀਤਾ ਜਾ ਰਿਹਾ ਹੈ। ਜੇ ਤੁਸਾਂ ਹੁਣ ਹਿੰਮਤ ਨਾ ਕੀਤੀ ਤਾਂ ਸਦਾ ਲਈ ਮੁਸੀਬਤ ਵਿੱਚ ਰਵੋਗੇ। ਕੁਦਰਤ ਨੇ ਤੁਹਾਨੂੰ ਸੁਨਹਿਰੀ ਮੌਕਾ ਦਿੱਤਾ ਹੈ, ਬਸ ਥੋੜੀ ਜਿਹੀ ਹਿੰਮਤ ਦੀ ਲੋੜ ਹੈ। ਮੇਰੇ ਬਹਾਦਰੋ, ਹੁਣ ਉਹ ਦਿਨ ਦੂਰ ਨਹੀਂ ਜਦੋਂ ਕਿ ਅਸੀਂ ਆਨੰਦਪੁਰ ਦੀ ਰਮਨੀਕ ਨਗਰੀ ਨੂੰ ਸਿੰਘਾਂ ਪਾਸੋਂ ਆਜ਼ਾਦ ਕਰਵਾ ਲਵਾਂਗੇ। ਬਸ ਫਿਰ ਮੌਜਾਂ ਹੀ ਮੌਜਾਂ। ਚਾਰੇ ਚੱਕ ਜੰਗੀਰ ਆਪਣੀ ਹੀ ਹੋਵੇਗੀ। ਪਰ ਜੇ ਬਦਕਿਸਮਤੀ ਨਾਲ ਜਰਾ ਜਿੰਨੀ ਲਾਪਰਵਾਹੀ ਕੀਤੀ ਤਾਂ ਸਮਝੋ ਇੱਕਦਮ ਹੀ ਭੱਠਾ ਬੈਠ ਜਾਵੇਗਾ ਤੇ ਜ਼ਿੰਦਗੀ ਭਰ ਅਸੀਂ ਸਫਲ ਨਹੀਂ ਹੋ ਸਕਾਂਗੇ, ਤੇ ਨਾਲ ਹੀ ਹਿੰਦੂ ਧਰਮ ਦੀ ਪਵਿੱਤਰਤਾ ਨੂੰ ਵੀ ਭੰਗ ਹੋਣ ਤੋਂ ਨਹੀਂ ਬਚਾ ਸਕਾਂਗੇ। ਹਨੇਰ ਪੈ ਗਿਆ, ਕਿੱਥੇ ਉੱਚੀ ਜਾਤੀ ਬ੍ਰਾਹਮਣ ਤੇ ਕਿੱਥੇ ਝੌਰ ਜੱਟ ਨਾਈ ਨੀਵੀਆਂ ਜਾਤਾਂ। ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਰੇ ਉੱਚੀਆਂ ਜਾਤਾਂ ਨੀਵੀਆਂ ਨਾਲ ਰਲ ਕੇ ਬੈਠਣ, ਨੀਵੀਆਂ ਜਾਤਾਂ ਦਾ ਜੂਠਾ ਖਾਣ। ਇਹ ਕਦੇ ਨਹੀਂ ਹੋ ਸਕਦਾ, ਕਦੇ ਨਾ ਹੋਵੇਗਾ ਤੇ ਨਾ ਹੀ ਪਿੱਛੇ ਕਦੇ ਹੋਇਆ ਹੈ। ਕਰੋ ਉੱਚੀਆਂ ਬਾਹਾਂ। ਤੁਸੀਂ ਹਿੰਦੂ ਧਰਮ ਦੀ ਪਵਿੱਤਰਤਾ ਕਾਇਮ ਰੱਖਣ ਲਈ ਲੜ ਮਰੋਗੇ ਕਿ ਨਹੀਂ? ਇੰਨੀ ਭੜਕੀਲੀ ਤਕਰੀਰ ਜਦ ਕੇਸਰੀ ਸਿੰਘ ਨੇ ਕੀਤੀ ਤਾਂ ਸਾਰੀ ਫੌਜ ਨੇ ਉਸਨੂੰ ਖੁਸ਼ ਕਰਨ ਲਈ ਬਾਹਾਂ ਉੱਚੀਆਂ ਕੀਤੀਆਂ ਤੇ ਜ਼ੋਰ-ਜ਼ੋਰ ਦੀ ਨਾਅਰੇ ਲਾਏ। ਜੈ ਮਹਾਰਾਜ ਕੇਸਰੀ ਸਿੰਘ, ਜੈ ਬਾਈ ਧਾਰਾਂ ਦੀ, ਜੈ ਮਾਤਾ ਦੀ, ਜੈ ਬਜਰੰਗ ਬਲੀ। ਜਦ ਇਸ ਤਰ੍ਹਾਂ ਆਕਾਸ਼ ਗੁੰਜਾਊ ਨਾਅਰੇ ਲਾਏ ਗਏ ਤਾਂ ਕੇਸਰੀ ਸਿੰਘ ਵੀ ਖੁਸ਼ੀ ਨਾਲ ਜ਼ਮੀਨ ਤੋਂ ਉੱਚਾ ਉਛਲਿਆ। ਭੀਮ ਚੰਦ ਤੇ ਹੋਰ ਸਾਥੀ ਰਾਜਿਆਂ ਨੇ ਵੀ ਵਾਰੋ-ਵਾਰੀ ਤਕਰੀਰਾਂ ਕੀਤੀਆਂ। ਹੁਣ ਉਹ ਸਮਝਦੇ ਸੀ ਕਿ ਸਾਡੀ ਜਿੱਤ ਯਕੀਨੀ ਹੈ। ਹੁਣ ਸਾਡੀ ਸਕੀਮ ਜ਼ਰੂਰ ਸਿਰੇ ਚੜ੍ਹੇਗੀ। ਹੁਣ ਜ਼ਰੂਰ ਹੀ ਆਨੰਦਪੁਰੀ ਖਾਲੀ ਕਰਵਾ ਲਵਾਂਗੇ। ਫਿਰ ਬੜੀ ਰੀਝ ਨਾਲ ਹਾਥੀ ਨੂੰ ਤੇਜ਼ ਹਥਿਆਰਾਂ ਨਾਲ ਸਜਾਉਣ ਲੱਗ ਪਏ। ਸਿਰ ਵਿੱਚ ਪਹਿਲੇ ਸ਼ਗਨਾਂ ਨਾਲ ਸੰਧੂਰ ਸੁੱਟਿਆ, ਫਿਰ ਸਿਰ ਦੇ ਆਸ-ਪਾਸ ਉੱਪਰ ਫੌਲਾਦੀ ਤਵੇ ਬੰਨੇ। ਤਵਿਆਂ ਵਿੱਚ ਲੋਹਾਰ ਪਾਸੋਂ ਤਿੱਖੇ ਸੂਏ ਲਵਾਏ ਤਾਂ ਜੋ ਇੱਕਦਮ ਜਾ ਕੇ ਦਰਵਾਜ਼ਾ ਤੋੜ ਦੇਣ। ਸੁੰਡ ਦੇ ਵਿੱਚ ਤਲਵਾਰ ਫੜਾਈ ਗਈ। ਹਾਥੀ ਦਾ ਸਾਰਾ ਸਰੀਰ ਹੀ ਫੌਲਾਦੀ ਲੋਹੇ ਦੀਆਂ ਚਾਦਰਾਂ ਨਾਲ ਢੱਕ ਦਿੱਤਾ। ਫਿਰ 2 ਮੱਟ ਸ਼ਰਾਬ ਪਹਿਲੇ ਤੋੜਦੀ ਲਿਆ ਕੇ ਉਸ ਅੱਗੇ ਰੱਖ ਦਿੱਤੀ ਗਈ। ਨਾਲ ਕਈ ਮਸਾਲੇ, ਕਈ ਖੁਰਾਕਾਂ ਖਵਾਈਆਂ ਕਿ ਹਾਥੀ ਦਾ ਦਿਲ ਵੱਡੀ ਭੀੜ ਦੇਖ ਕੇ ਡਹਿਲ ਨਾ ਜਾਏ। ਇਸ ਤਰ੍ਹਾਂ ਹਾਥੀ ਛੱਡਣ ਦੀ ਤਿਆਰੀ ਵਿੱਚ ਸਾਰੇ 22 ਧਾਰ ਦੇ ਰਾਜੇ ਮਗਨ ਸਨ, ਆਪੋ ਆਪਣੀਆਂ ਡਿਊਟੀਆਂ ਸੰਭਾਲ ਰਹੇ ਸਨ। ਫੌਜਾਂ ਵੀ ਪੂਰੀ ਤਿਆਰੀ ਨਾਲ ਖੜੀਆਂ ਸਨ ਤੇ ਲੜਨ ਦੇ ਪੈਂਤੜੇ ਸਮਝ ਰਹੀਆਂ ਸਨ। ਬੜੇ ਬੜੇ ਜਰਨੈਲ ਆਪਣੇ ਆਪਣੇ ਮੱਧ-ਹਿੱਤ ਫੌਜਾਂ ਨੂੰ ਹਦਾਇਤਾਂ ਦੇ ਰਹੇ ਸਨ। ਗੱਲ ਕੀ ਕਿ 22 ਧਾਰਾਂ ਨੇ ਚੋਟੀ ਤੋਂ ਲੈ ਕੇ ਅੱਡੀ ਤੀਕਰ ਹਰ ਤਰ੍ਹਾਂ ਦਾ ਜ਼ੋਰ ਲਾ ਲਿਆ ਸੀ ਕਿ ਕਿਤੇ ਇਸ ਦਫਾ ਬਾਜੀ ਨਾ ਹਾਰ ਜਾਵੇ, ਕਿਉਂਕਿ ਉਹ ਵੀ 40-45 ਦਿਨ ਤੋਂ ਹੋ ਰਹੀ ਲੜਾਈ ਵਿੱਚ ਹਾਰਾ ਖਾ ਖਾ ਕੇ ਛਿੱਥੇ ਪਏ ਹੋਏ ਸਨ ਤੇ ਫੈਸਲਾ ਕਰੀ ਬੈਠੇ ਸਨ ਕਿ ਇਸ ਦਫਾ ਹਰ ਤਰੀਕੇ ਨਾਲ ਲੋਹਗੜ੍ਹ ਤੋੜ ਕੇ ਸਿੰਘਾਂ ਨੂੰ ਜ਼ਰੂਰ ਘੇਰ ਲੈਣਾ ਹੈ। ਉਹਨਾਂ ਦੇ ਅੰਦਰ ਇਹ ਖਾਹਿਸ਼ ਬੜੇ ਜ਼ੋਰਾਂ ਵਿੱਚ ਸੀ ਕਿ ਐਤਕੀ ਗੁਰਾਂ ਨੂੰ ਅਸਾਂ ਜ਼ਰੂਰ ਫੜ ਕੇ ਦਿੱਲੀ ਪਹੁੰਚਾ ਦੇਣਾ ਹੈ ਤੇ ਔਰੰਗਜ਼ੇਬ ਪਾਸੋਂ ਮੂੰਹ ਮੰਗਿਆ ਇਨਾਮ ਤੇ ਚੰਗੇ ਕੰਮ ਕਰਨ ਦਾ ਸ਼ਾਹੀ ਸਨਮਾਨ ਵਜੋਂ ਸੋਨੇ ਦਾ ਤਗਮਾ ਜ਼ਰੂਰ ਲੈਣਾ ਹੈ। ਸੋ ਇਸੇ ਹੀ ਲਗਨ ਕਰਕੇ ਉਹਨਾਂ ਦੇ ਅੰਦਰ ਅਥਾਹ ਜੋਸ਼ ਤੇ ਉਤਸ਼ਾਹ ਸੀ। ਕਾਂਡ 6ਵਾਂ। ਤੜਕਸਾਰ ਅੰਮ੍ਰਿਤ ਵੇਲਾ ਸੀ। ਲੋਹਗੜ੍ਹ ਕਿਲੇ ਵਿਖੇ ਮੇਰੇ ਕਲਗੀਧਰ ਪਾਤਸ਼ਾਹ ਰੱਬੀ ਦਰਬਾਰ ਲਾਈ ਬੈਠੇ ਸਨ। ਆਸਾ ਦੀ ਵਾਰ ਜੀ ਦਾ ਪਾਠ ਹੋ ਰਿਹਾ ਹੈ ਤੇ ਸਿੰਘ ਸੂਰਮੇ ਸਮਾਧੀਆਂ ਲਾਈ ਸੁਣ ਰਹੇ ਹਨ। ਗੁਰੂ ਦੇ ਲਾਲਾਂ ਦੇ ਚਿਹਰੇ ਲਾਲਾਂ ਵਾਂਗੂ ਦਗ-ਦਗ ਕਰ ਰਹੇ ਹਨ। ਨਾਮ ਕੁਮਾਰੀਆਂ ਨੈਣਾਂ ਵਿੱਚ ਛਲਕ ਰਹੀਆਂ ਹਨ। ਸਤਿਗੁਰਾਂ ਦੇ ਚਰਨਾਂ ਦੇ ਕੋਲ ਵਾਰ ਸੰਗਤ ਵਿੱਚ ਭਾਈ ਬਚਿੱਤਰ ਸਿੰਘ ਵੀ ਸੱਜਿਆ ਹੋਇਆ ਹੈ। ਅੱਜ ਉਹਦੇ ਚਿਹਰੇ ਤੇ ਨਿਰਾਲੀ ਝਲਕ ਹੈ। ਕੰਨਾਂ ਨਾਲ ਬਾਣੀ ਤਾਂ ਸੁਣ ਰਿਹਾ ਹੈ, ਪਰ ਉਹਦਾ ਮਨ ਉਤਾਵਲਾ ਹੈ ਕਿ ਉਹ ਘੜੀ ਜਲਦੀ ਆਵੇ। ਮੈਂ ਹਾਥੀ ਨਾਲ ਟੱਕਰ ਲੈ ਕੇ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਕੇ ਸਿੱਖੀ ਦੇ ਪਰਚੇ ਤੋਂ ਛੇਤੀ ਪਾਸ ਹੋਵਾਂ। ਇਹ ਦਸ਼ਮ ਪਾਤਸ਼ਾਹ ਪਾਸੋਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਸਿੰਘ ਸੱਜ ਗਿਆ। ਇਹ ਜਾਤ ਦਾ ਰਾਜਪੂਤ ਸੀ। ਇੱਕ ਇਹਦਾ ਭਰਾ ਭਾਈ ਉਦੇ ਸਿੰਘ ਸੀ, ਉਸਨੇ ਵੀ ਸਤਿਗੁਰਾਂ ਪਾਸੋਂ ਅੰਮ੍ਰਿਤ ਛਕਿਆ ਸੀ। ਦੋਵੇਂ ਭਰਾ ਬੜੇ ਗੁਰਮੁਖ ਸਨ ਤੇ ਬਚਿੱਤਰ ਸਿੰਘ 8 ਪੈਰ ਸੇਵਾ ਵਿੱਚ ਲੀਨ ਰਹਿੰਦਾ ਸੀ। ਬਚਿੱਤਰ ਸਿੰਘ ਦੇ ਅੰਦਰ ਅਗਮ ਦਾ ਜੋਸ਼ ਠਾਠਾ ਮਾਰ ਰਿਹਾ ਸੀ। ਉਹਦਾ ਮਨ ਮੁੜ-ਮੁੜ ਗੁਰੂ ਚਰਨਾਂ ਵਿੱਚ ਅਰਜ਼ੋਈਆਂ ਕਰਦਾ ਸੀ ਕਿ ਹੇ ਸੱਚੇ ਪਾਤਸ਼ਾਹ, ਛੇਤੀ ਉਹ ਸਮਾਂ ਲਿਆ। ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੇਰੀਆਂ ਰਗਾਂ ਦਾ ਖੂਨ ਉਛਾਲੇ ਮਾਰ ਰਿਹਾ ਹੈ। ਮੇਰੇ ਅੰਦਰ ਸਿੱਖੀ ਜਜ਼ਬਾਤਾਂ ਦਾ ਸਮੁੰਦਰ ਪੂਰੇ ਜੋਬਨ ਤੇ ਚੜ ਆਇਆ ਹੈ। ਮੇਰੇ ਦਾਤਾ, ਤੇਰੇ ਅੱਗੇ ਸਾਰਾ ਸੰਸਾਰ ਭਿਖਾਰੀ ਹੈ ਤੇ ਤੇਰੀ ਤੇ ਝੋਲੀਆਂ ਅੱਡ ਕੇ ਕਈ ਦਾਤਾ ਮੰਗਦਾ ਹੈ ਤੇ ਤੂੰ ਬਖਸ਼ਿਸ਼ਾਂ ਵੀ ਖੁੱਲੇ ਦਿਲ ਕਰਦਾ ਹੈ।
ਪਰ ਮੇਰੀ ਵਾਰ ਕਿਉਂ ਇੰਨੀ ਦੇਰ ਲਾ ਦਿੱਤੀ ਹੈ? ਮੈਥੋਂ ਹੋਰ ਨਹੀਂ ਉਡੀਕਿਆ ਜਾਂਦਾ। ਉਹ ਸਮਾਂ ਛੇਤੀ ਮੇਰੀਆਂ ਅੱਖਾਂ ਸਾਹਮਣੇ ਲਿਆ ਤੇ ਮੈਂ ਆਪਣਾ ਫਰਜ਼ ਪਾਲਾਂ, ਤੇਰੀ ਨਜ਼ਰੇ ਮਨਜ਼ੂਰ ਹੋਵਾਂ, ਸੰਗਤਾਂ ਪਾਸੋਂ ਸ਼ਾਬਾਸ਼ ਲਵਾਂ, ਗੁਰੂ ਨਾਨਕ ਪਾਤਸ਼ਾਹ ਦਾ ਆਗਿਆਕਾਰੀ ਪੁੱਤਰ ਬਣਾ, ਗੁਰੂ ਨਾਨਕ ਪਿਤਾ ਦਾ ਨਾਂ ਜਿਵੇਂ ਉੱਚਾ ਹੈ ਇਹਨੂੰ ਹੋਰ ਰੋਸ਼ਨ ਕਰਾਂ, ਸਿੱਖੀ ਦੀ ਮੰਜ਼ਿਲ ਦਾ ਕਾਮਯਾਬ ਰਾਹੀ ਬਣਾ, ਕਰ ਕਿਰਪਾ ਕਰ ਮੇਰ, ਮੇਰੀ ਲਾਜ ਤੇਰੇ ਹੱਥ ਹੈ, ਮੇਰੇ ਤੇ ਬਖਸ਼ਿਸ਼ਾਂ ਭਰਿਆ ਹੱਥ ਤੇਰਾ ਹੈ। ਪੌੜੀ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਲਖਮੀ ਤੋਟ ਨ ਆਵਈ, ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛਹੀ, ਜਾ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰੀਏ, ਜਾ ਤੁਧ ਪਾਵੰਦਾ। ਇਹ ਸ਼ਬਦ ਕਹਿੰਦਾ ਕਹਿੰਦਾ ਬਚਿੱਤਰ ਸਿੰਘ ਵੈਰਾਗਮਈ ਰੰਗ ਵਿੱਚ ਰੰਗਿਆ ਗਿਆ। ਉਹਦਾ ਰਾਸਾ ਦੀ ਵਾਰ ਦਾ ਭੋਗ ਪਿਆ, ਅਰਦਾਸ ਹੋਈ। ਸਤਿਗੁਰ ਕਟਕਟ ਦੀਆਂ ਜਾਣਨ ਵਾਲੇ ਜਾਨੀ ਜਾਨ ਨੇ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ ਤੇ ਬਚਿੱਤਰ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਉੱਠ ਕੇ ਖਲੋ ਗਿਆ। ਉਸਨੂੰ ਇਉਂ ਜਾਪਿਆ ਜਿਵੇਂ ਮੇਰਾ ਦਾਤਾਰ ਪਾਤਸ਼ਾਹ ਮੈਨੂੰ ਮੈਦਾਨ ਵਿੱਚ ਜਾਣ ਦੀ ਆਗਿਆ ਦੇਣ ਲੱਗਾ ਹੈ। ਉਹ ਆਪਣੇ ਆਪ ਵਿੱਚ ਫੁੱਲਾ ਨਹੀਂ ਸੀ ਸਮਾਉਂਦਾ, ਉਹਦਾ ਪੈਰ ਜ਼ਮੀਨ ਤੇ ਨਹੀਂ ਸੀ ਲੱਗਦਾ, ਉਹਦਾ ਦਿਲ ਮਸਤ ਹਾਥੀ ਵੱਲ ਦੌੜ ਰਿਹਾ ਸੀ। ਸਤਿਗੁਰ ਮੁਸਕਰਾਏ ਤੇ ਹੁਕਮ ਕੀਤਾ, ਬਚਿੱਤਰ ਸਿੰਘਾ ਤਿਆਰ ਬਰ ਤਿਆਰ ਹੋ ਜਾ, ਅੱਜ ਮਸਤ ਹਾਥੀ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਆਉਣਾ ਹੈ। ਮੈਂ ਅੱਜ ਵੇਖਾਂ ਕਿ ਮੇਰਾ ਸਿੰਘ ਕਿਵੇਂ ਹਾਥੀ ਨਾਲ ਟੱਕਰ ਲੈਂਦਾ ਹੈ। ਤੇਰੇ ਅੱਜ ਮੈਂ ਅੰਮ੍ਰਿਤ ਦੇ ਜੌਹਰ ਦੇਖਣੇ ਹਨ, ਤੇਰੇ ਮੈਂ ਬਲ ਨੂੰ, ਹੌਸਲੇ ਨੂੰ, ਸਿਦਕ ਨੂੰ ਪਰਖਣਾ ਹੈ। ਮੇਰਾ ਸਿੰਘ ਖੁੰਖਾਰ ਹਾਥੀ ਨੂੰ ਕਿਵੇਂ ਪਛਾੜਦਾ ਹੈ, ਕਿਵੇਂ ਉਹਦੇ ਮੱਥੇ ਵਿੱਚ ਨਾਗਣੀ ਮਾਰਦਾ ਹੈ, ਕਿਵੇਂ ਰਣ ਵਿੱਚ ਉਸ ਹਾਥੀ ਨੂੰ ਹੱਥਾਂ ਤੇ ਨਚਾਉਂਦਾ ਹੈ। ਮੇਰੀ ਰੀਝ ਹੈ ਕਿ ਮੈਂ ਵੇਖਾਂ ਕਿ ਤੂੰ ਮੇਰੀ ਰੀਝ ਪੂਰੀ ਕਰੇਗਾ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਚਮਕਾਵੇਂਗਾ। ਬਚਿੱਤਰ ਸਿੰਘ ਦਾਤਾਰ ਦੇ ਬਚਨ ਸੁਣ ਕੇ ਚਰਨਾਂ ਤੇ ਢਹਿ ਪਿਆ। ਫਿਰ ਪਾਤਸ਼ਾਹ ਨੇ ਚੁੱਕ ਕੇ ਸੀਨੇ ਨਾਲ ਲਾਇਆ। ਦੋ ਜਹਾਨ ਵਾਲੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ ਆਪਣੇ ਲਾਡਲੇ ਨੂੰ ਅਥਾਹ ਸ਼ਕਤੀ ਸੀਨੇ ਨਾਲ ਲਾ ਕੇ ਬਖਸ਼ ਦਿੱਤੀ। ਪਵਿੱਤਰ ਹੱਥਾਂ ਨਾਲ ਇੱਕ ਨਾਗਨ ਬਖਸ਼ ਦਿੱਤਾ ਕਿ ਜਾ ਤੇਰਾ ਅਕਾਲ ਸਹਾਈ ਹੋਵੇਗਾ। ਬਚਿੱਤਰ ਸਿੰਘ ਇਲਾਹੀ ਰੰਗ ਵਿੱਚ ਮਸਤ ਹੋ ਗਿਆ। ਬਚਿੱਤਰ ਸਿੰਘ ਨਾਲ ਸਾਰੀ ਸੰਗਤ ਨੇ ਰਲ ਕੇ ਇਸ ਸ਼ਬਦ ਦਾ ਪਾਠ ਕੀਤਾ, ਦੇ ਸ਼ਿਵਾ ਬਰਮੋਹੇ ਇਹ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਂ ਉਚਰੋ, ਜਬ ਆਵ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂੰਝ ਮਰੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਬਚਿੱਤਰ ਸਿੰਘ ਦੇ ਅੰਦਰ ਹੁਣ ਅਗੰਮੀ ਸ਼ਕਤੀ ਆ ਚੁੱਕੀ ਸੀ। ਉਸਦੇ ਸਰੀਰ ਦਾ ਖੂਨ ਗੜ ਕੇ ਖਾ ਰਿਹਾ ਸੀ। ਅੱਖਾਂ ਮਸਾਲਾਂ ਵਾਂਗ ਲਟ ਲਟ ਬਲਦੀਆਂ ਸਨ ਤੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਜਾ ਖੜਾ ਹੋਇਆ ਤੇ ਸਵਾਸ ਸਵਾਸ ਬਾਣੀ ਦਾ ਜਾਪ ਕਰਨ ਲੱਗਾ। ਸੱਤਵਾਂ ਕਾਂਡ। ਲੋਹਗੜ੍ਹ ਕਿਲੇ ਦੇ ਆਸ-ਪਾਸ ਦੂਰ ਤੱਕ 22 ਧਾਰੀ ਫੌਜਾਂ ਤਰਤੀਬਵਾਰ ਖੜੀਆਂ ਹਨ। ਕਿਤੇ ਪੈਦਲ, ਕਿਤੇ ਘੋੜਸਵਾਰ, ਕਿਤੇ ਹਾਥੀਆਂ ਦੇ ਹੌਂਦਿਆਂ ਤੇ ਰਾਜੇ ਤੇ ਜਰਨੈਲ ਫੌਜਾਂ ਦੀ ਕਮਾਨ ਕਰ ਰਹੇ ਹਨ। ਖੁਨਖਾਰ ਹਾਥੀ ਜਿਸ ਨੂੰ ਬੜੀ ਤਿਆਰੀ ਨਾਲ ਸਜਾਇਆ ਗਿਆ ਸੀ, ਸ਼ਰਾਬ ਨਾਲ ਬਦਮਸਤ ਕੀਤਾ ਗਿਆ ਸੀ, ਉਹ ਹਾਥੀ ਕੇਸਰੀ ਸਿੰਘ ਨੇ ਤੇ ਭੀਮ ਚੰਦ ਨੇ ਛੱਡ ਦਿੱਤਾ ਹੈ। ਹਾਥੀ ਅੰਨ੍ਹੇਵਾਹ ਭੱਜਾ ਆ ਰਿਹਾ ਹੈ, ਮਗਰ ਫੌਜਾਂ ਤੇ ਜਰਨੈਲ ਲਲਕਾਰ ਲਲਕਾਰ ਕੇ ਹਾਥੀ ਨੂੰ ਅੱਗੇ ਲਾਇਆ ਹੋਇਆ ਹੈ। ਹਾਥੀ ਪੂਰੇ ਜ਼ੋਰ ਨਾਲ ਨੱਠਾ ਆ ਰਿਹਾ ਹੈ। ਬਚਿੱਤਰ ਸਿੰਘ ਕਿਲੇ ਦੇ ਬੂਹੇ ਅੱਗੇ ਨਾਗਨੀ ਲੈ ਕੇ ਘੋੜੇ ਤੇ ਚੜਿਆ ਹੋਇਆ ਸੀ ਤੇ ਹਾਥੀ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਉਸਨੇ ਹਾਥੀ ਵੇਖਿਆ ਤਾਂ ਇੱਕਦਮ ਉਹਦੇ ਚਿਹਰੇ ਤੇ ਗਿੱਠ ਗਿੱਠ ਲਾਲੀਆਂ ਚੜ੍ਹ ਆਈਆਂ। ਨਾਗਨੀ ਸੰਭਾਲੀ ਘੋੜੇ ਨੂੰ ਅੱਡੀ ਲਾ ਕੇ ਇੱਕਦਮ ਅੱਗੇ ਵਧਿਆ। ਜਦੋਂ ਵੈਰੀਆਂ ਨੇ ਦੇਖਿਆ ਕਿ ਇੱਕ ਮਾੜੂਆ ਜਿਹਾ ਇਕਹਿਰੇ ਪਿੰਡੇ ਦਾ ਚੀਟਕੂ ਜਿਹਾ ਸਿੰਘ ਨਾਗਨੀ ਲਈ ਹਾਥੀ ਵੱਲ ਨੱਸਿਆ ਆ ਰਿਹਾ ਹੈ, ਸਭ ਹੈਰਾਨ ਸਨ ਕਿ ਇਸ ਵਿੱਚ ਇੰਨੀ ਜ਼ਰੂਰਤ ਕਿਵੇਂ ਆ ਗਈ। ਕੋਈ ਕਹੇ ਬੜਾ ਇਸ ਤੇ ਤਰਸ ਆਉਂਦਾ ਹੈ ਕਿ ਇਹ ਕਿਸੇ ਭੈਣ ਦਾ ਵੀਰ, ਕਿਸੇ ਮਾਂ ਦਾ ਲਾਲ, ਕਿਸੇ ਪਿਤਾ ਦਾ ਜੀਵਨ ਸਹਾਰਾ ਨੌ ਨਿਹਾਲ ਇਸ ਤਰ੍ਹਾਂ ਕਿਉਂ ਅਨਿਆਈ ਮੌਤੇ ਮਰ ਰਿਹਾ ਹੈ। ਕੋਈ ਕਹੇ ਸਤਿਗੁਰਾਂ ਦਾ ਆਗਿਆਕਾਰੀ ਪੁੱਤਰ ਹੈ, ਤਾਈਓ ਤੇ ਮਰ ਮਿਟਣ ਲਈ ਹਾਥੀ ਨਾਲ ਟੱਕਰ ਲੈ ਰਿਹਾ ਹੈ। ਫਿਰ 22 ਧਾਰੀ ਫੌਜਾਂ ਦੇ ਜਰਨੈਲ ਬਚਿੱਤਰ ਸਿੰਘ ਨੂੰ ਲਲਕਾਰ ਰਹੇ ਹਨ। ਵੈਰੀ ਦੀ ਲਲਕਾਰ ਦੀ ਬਚਿੱਤਰ ਸਿੰਘ ਨੇ ਮਾਸਾ ਪਰਵਾਹ ਨਾ ਕੀਤੀ ਤੇ ਨਾਗਨੀ ਭੌਂਦਾ ਭੌਂਦਾ ਕੜਕ ਕੇ ਬੋਲਿਆ। ਅੱਗੋਂ ਕੜਕ ਬਚਿੱਤਰ ਬੋਲੇ, ਮੈਂ ਦਸ਼ਮੇਸ਼ ਦਾ ਸਿੰਘ ਸਦਾਵਾਂ, ਪਿੱਛੇ ਮੁੜਨ ਦੀ ਜਾਂਚ ਨਹੀਂ ਮੈਨੂੰ,
ਜਾਂ ਜਿੱਤਾਂ ਜਾਂ ਮੌਤ ਵਿਆਹਾਂ। ਬਚਿੱਤਰ ਸਿੰਘ ਗੱਜ ਕੇ ਬੋਲਿਆ, ਮੈਨੂੰ ਹਾਥੀ ਦਾ ਡਰ ਨਹੀਂ ਤੇ ਨਾ ਹੀ ਮੌਤ ਦਾ ਡਰ ਹੈ। ਮੈਂ ਉਸ ਕਲਗੀਧਰ ਪਾਤਸ਼ਾਹ ਦਾ ਸਿੰਘ ਹਾਂ ਜਿਹਨੇ ਲੱਖ ਲੱਖ ਨਾਲ ਲੜਨ ਦੀ ਸ਼ਕਤੀ ਬਖਸ਼ੀ ਹੈ ਤੇ ਜਿਸਨੇ ਚਿੜੀਆਂ ਕੋਲੋਂ ਬਾਜ਼ ਤੁੜਾਏ ਹਨ, ਜਿਸਨੇ ਖੰਡੇ ਧਾਰ ਦਾ ਅੰਮ੍ਰਿਤ ਛਕਾ ਕੇ ਮੌਤ ਦਾ ਡਰ ਭੁਲਾ ਦਿੱਤਾ। ਇਸੇ ਲਈ ਤਾਂ ਸਿੰਘਾਂ ਨੂੰ ਰਣ ਮੈਦਾਨ ਵਿੱਚ ਪਹੁੰਚ ਕੇ ਗਿੱਠ-ਗਿੱਠ ਲਾਲੀਆਂ ਚੜ੍ਹਦੀਆਂ ਹਨ। ਮੈਂ ਕੁਰਬਾਨ ਜਾਵਾਂ ਇਸ ਵੇਲੇ ਤੋਂ, ਮੈਂ ਕੁਰਬਾਨ ਹਾਂ ਸਤਿਗੁਰਾਂ ਦੇ ਹੁਕਮ ਤੋਂ, ਮੈਂ ਕੁਰਬਾਨ ਹਾਂ ਸਿੱਖੀ ਅਣਖ ਤੋਂ, ਜਿਸਨੇ ਜੱਗ ਵਿੱਚ ਮਰਦਾਂ ਵਾਂਗ ਜੀਵਨ ਦੀ ਜਾਂਚ ਸਿਖਾਈ ਹੈ। ਇਹ ਕਹਿ ਕੇ ਉੱਚੀ ਉੱਚੀ ਸ਼ਬਦ ਪੜ੍ਹਦਾ ਹੋਇਆ ਹਾਥੀ ਵੱਲ ਕਾਲੀ ਕਾਲੀ ਅੱਗੇ ਹੋਇਆ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਆਖਦਾ ਬਚਿੱਤਰ ਸਿੰਘ ਹਾਥੀ ਦੇ ਕੋਲ ਵਾਰ ਪੁੱਜ ਗਿਆ। ਉਧਰ ਹਾਥੀ ਜ਼ੋਰ ਦੀ ਚੰਗਿਆੜਦਾ ਹੋਇਆ ਅੱਗੇ ਵਧਿਆ। ਇੱਧਰ ਬਚਿੱਤਰ ਸਿੰਘ ਜੈਕਾਰੇ ਲਾਉਂਦਾ ਲਾਉਂਦਾ, ਨਾਗਣ ਘੁਮਾਉਂਦਾ ਘੁਮਾਉਂਦਾ ਬਿਲਕੁਲ ਹਾਥੀ ਦੇ ਸਾਹਮਣੇ ਜਾ ਖੜਾ ਹੋਇਆ। ਪਹਾੜੀ ਫੌਜਾਂ ਦੇਖ ਕੇ ਦੰਗ ਰਹਿ ਗਈਆਂ ਤੇ ਸਭ ਸੋਚ ਰਹੇ ਸੀ ਕਿ ਹੁਣੇ ਸਿੰਘ ਦਾ ਕਚੂਮਰ ਨਿਕਲ ਜਾਵੇਗਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ, ਪੰਥ ਦੇ ਵਾਲੀ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਅਚਾਨਕ ਗੁੱਸੇ ਵਿੱਚ ਲਾਲੋ ਲਾਲ ਹੋ ਕੇ ਬਚਿੱਤਰ ਸਿੰਘ ਨੇ ਬਿਜਲੀ ਵਾਂਗ ਲਿਸ਼ਕਦੀ ਤੇਜ਼ ਨਾਗਣ ਜ਼ੋਰ ਦੀ ਹਾਥੀ ਦੇ ਮੱਥੇ ਵੱਲ ਕੀਤੀ। ਉਹ ਨਾਗਨੀ ਵਾਂਗ ਸ਼ੂਕਦੀ ਵਰਮੀ ਵਾਂਗ ਹਾਥੀ ਦੇ ਸਿਰ ਤੇ ਬੰਨੇ ਫੌਲਾਦੀ ਤਵਿਆਂ ਵਿੱਚ ਜਾ ਧਸੀ। ਹਾਥੀ ਜ਼ੋਰ ਨਾਲ ਚੰਗਿਆੜਿਆ, ਲਹੂ ਦੇ ਫੁਹਾਰੇ ਚੱਲਣ ਲੱਗ ਪਏ। ਲਹੂ ਵੇਖ 22 ਧਾਰੀ ਫੌਜਾਂ ਉੱਠ ਨੱਸੀਆਂ। ਸਾਰੇ ਰਣ ਮੈਦਾਨ ਵਿੱਚ ਇਉਂ ਲਹੂ ਡੁੱਲਾ ਦਿਖਾਈ ਦਿੰਦਾ ਸੀ ਜਿਵੇਂ ਵਾਲ ਹਲਵਾਨ ਦੇ ਥਾਨ ਕਿਸੇ ਮੈਦਾਨ ਵਿੱਚ ਸੁੱਕਣੇ ਪਾਏ ਹੋਣ ਜਾਂ ਕਿਸੇ ਸੁਰਖੀ ਮਣਾਮੁਹੀ ਧਰਤੀ ਤੇ ਵਿਛਾ ਦਿੱਤੀ ਹੈ। ਹਾਥੀ ਦਾ ਕਾਲਾ ਪਿੰਡਾ ਲਹੂ ਨਾਲ ਲਾਲ ਸੂਹਾ ਹੋ ਗਿਆ। ਇੱਕਦਮ ਹਾਥੀ ਬੌਂਦਲ ਕੇ ਪਿਛਾਂਹ ਵੱਲ ਭੱਜਾ। 22 ਧਾਰੀਆਂ ਦੀ ਭਾਰੀ ਫੌਜ ਪੈਰਾਂ ਥੱਲੇ ਲਿਤਾੜਦਾ ਚਿੰਗਿਆੜਦਾ ਵਾਪਸ ਨੱਠ ਉੱਠਾ। ਕਈ ਫੌਜੀ ਕੈਂਪ ਉਜਾੜ ਦਿੱਤੇ। ਇੱਕਦਮ ਫੌਜਾਂ ਜਾਨ ਬਚਾਉਂਦੀਆਂ ਵਾਪਸ ਨੱਠ ਉੱਠੀਆਂ, ਪਰ ਗੁਰੂ ਦਾ ਸਿੰਘ ਕਾਫੀ ਦੂਰ ਤੱਕ ਹਾਥੀ ਭਜਾ ਕੇ ਫਿਰ ਵਾਪਸ ਆਇਆ। ਸਿੰਘ ਸੂਰਮੇ ਸਾਥੀ ਜੈਕਾਰਿਆਂ ਨਾਲ ਅਸਮਾਨ ਗੁਜਾ ਰਹੇ ਸੀ ਤੇ ਇਸ ਤਰ੍ਹਾਂ ਮਹਾਨ ਜਿੱਤ ਕੇ ਬਚਿੱਤਰ ਸਿੰਘ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਇਆ। ਦਾਤਾਰ ਪਾਤਸ਼ਾਹ ਨੇ ਬਚਿੱਤਰ ਸਿੰਘ ਨੂੰ ਸੀਨੇ ਨਾਲ ਲਾ ਲਿਆ ਤੇ ਮੁਖੋਂ ਫਰਮਾਇਆ, ਮੈਂ ਕੁਰਬਾਨ ਸਿੰਘਾਂ ਤੇਰੇ ਸਿਦਕ ਤੋਂ, ਤੇਰੇ ਵਰਗੇ ਸਿੰਘਾਂ ਦੇ ਨਾਲ ਹੀ ਗੁਰਸਿੱਖੀ ਦਾ ਨਾਂ ਰੌਸ਼ਨ ਹੈ। ਤੁਸੀਂ ਗੁਰੂ ਦਰ ਤੇ ਪ੍ਰਵਾਨ ਹੋ। ਸ਼ਾਬਾਸ਼ ਮੇਰੇ ਹੀਰਿਆ, ਤੇਰੀ ਮਰਦਾਂ ਵਰਗੀ ਕਰਨੀ ਨੇ ਮੇਰੇ ਮਨ ਨੂੰ ਮੋਹ ਲਿਆ ਹੈ ਤੇ ਸਿੱਖੀ ਜਜ਼ਬੇ ਨੇ ਰੱਖ ਵਿਖਾਈ ਹੈ। ਤੂੰ ਸਿੱਖੀ ਪਰਚੇ ਜੋ ਪਾਸ ਹੈ, ਪੰਥਕ ਸ਼ਾਨ ਨੂੰ ਤੂੰ ਬੁਲੰਦ ਕੀਤਾ। ਇਸ ਤਰ੍ਹਾਂ ਦਾਤਾ ਜੀ ਬਚਿੱਤਰ ਸਿੰਘ ਨਾਲ ਪਿਆਰ ਕਰਦੇ ਕਰਦੇ ਸਿੱਖ ਸੰਗਤ ਅੱਗੇ ਉਸ ਦੀ ਵਡਿਆਈ ਕਰ ਰਹੇ ਸੀ ਤੇ ਬਚਿੱਤਰ ਸਿੰਘ ਚਰਨਾਂ ਵਿੱਚ ਸੀਸ ਝੁਕਾਈ ਖੜਾ ਸੀ ਤੇ ਕਹਿ ਰਿਹਾ ਸੀ, ਹੇ ਪਾਤਸ਼ਾਹ ਕਲਗੀਧਰ ਪਿਤਾ, ਇਹ ਸਭ ਤੇਰੀ ਵਡਿਆਈ ਹੈ। ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਨੇ ਹਾਥੀ ਨਾਲ ਮੁਕਾਬਲਾ ਕਰਕੇ ਸਿੱਖ ਇਤਿਹਾਸ ਨੂੰ ਆਪਣੀ ਬੀਰਤਾ ਨਾਲ ਸ਼ਿੰਗਾਰ ਦਿੱਤਾ, ਜਿਸ ਦੀ ਕਿ ਦੁਨੀਆ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਸਭ ਆਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਦੋ ਜਹਾਨ ਵਾਲੀ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਐਸੇ ਸੂਰਬੀਰ ਬਣਾਏ ਜਿਨ੍ਹਾਂ ਸਿੱਖੀ ਲਈ ਆਪਣੀ ਜਾਨ ਤਲੀ ਤੇ ਰੱਖੀ। ਸਰਬੰਸਦਾਨੀ ਤੂੰ ਧੰਨ ਹੈ। ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ ਹਨ ਜਿਹੜੇ ਸਿੱਖੀ ਸਿਦਕ ਲਈ, ਮਜਲੂਮ ਲਈ, ਧਰਮ ਲਈ, ਖਾਲਸਾਈ ਸ਼ਾਨ ਲਈ ਤੇ ਦੇਸ਼ ਦੀ ਗੈਰਤ ਲਈ ਮੌਤ ਨਾਲ ਗਲਵੱਕੜੀ ਪਾਉਣੋਂ ਵੀ ਨਹੀਂ ਝੱਕਦੇ। ਅਜਿਹੇ ਕਾਰਨਾਮੇ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ। 8ਵਾਂ ਕਾਂਡ। ਜਦੋਂ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਚੰਗੀ ਤਰ੍ਹਾਂ ਜ਼ਖਮੀ ਕਰਕੇ ਵਾਪਸ ਭਜਾਇਆ ਤੇ ਆਪ ਲੋਹਗੜ੍ਹ ਸਾਹਿਬ ਦੇ ਕਿਲੇ ਦੇ ਦਰਵਾਜ਼ੇ ਲਾਗੇ ਉਹਨਾਂ ਚਿਰ ਤਿਆਰ ਬਰ ਤਿਆਰ ਰਹੇ ਜਿੰਨਾ ਚਿਰ ਹਾਥੀ ਖਾਲਸਾਈ ਫੌਜਾਂ ਦੀ ਹੱਦੋਂ ਬਾਹਰ ਨਹੀਂ ਹੋਇਆ। ਤੇ ਸਾਰਾ ਨਜ਼ਾਰਾ ਸੂਰਬੀਰ ਨੇ ਅੱਖੀਂ ਵੇਖਿਆ। ਸੈਂਕੜੇ 22 ਧਾਰੀ ਫੌਜਾਂ ਦੇ ਜਵਾਨ ਹਾਥੀ ਨੇ ਲਤਾੜ ਕੇ ਮੌਤ ਦੀ ਨੀਂਦੇ ਸਵਾ ਦਿੱਤੇ ਤੇ ਹਾਥੀ ਚੰਗਿਆੜਦਾ ਹੋਇਆ ਫੌਜੀ ਕੈਂਪ ਦਾ ਤੇ ਹੋਰ ਕਾਫੀ ਨੁਕਸਾਨ ਕਰਦਾ ਗੋਲੀ ਵਾਂਗ ਨੱਠਾ ਗਿਆ। ਜਦ ਇਹ ਖਬਰ 22 ਧਾਰੀ ਰਾਜਿਆਂ ਸੁਣੀ ਤਾਂ ਉਹਨਾਂ ਦੇ ਦਿਲਾਂ ਤੇ ਕਾਫੀ ਸੱਟ ਵੱਜੀ। ਪਛਤਾਪ ਕਰਨ ਲੱਗੇ ਕਿ ਅਸਾਂ ਇਹ ਕੀ ਕੀਤਾ। ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਦੇ ਕਥਨ ਅਨੁਸਾਰ ਅਸਾਂ ਆਪ ਹੱਥੀਂ ਇਹ ਨੁਕਸਾਨ ਜਾਣਬੁੱਝ ਕੇ ਕੀਤਾ ਹੈ। ਇਹ ਸਾਥੋਂ ਡਾਢੀ ਭੁੱਲ ਹੋ ਗਈ ਏ। ਗੁਰੂ ਪਾਸ ਖਬਰੇ ਕਿਹੜੀ ਰਿੱਧੀ ਸਿੱਧੀ ਹੈ ਜਿਸ ਨਾਲ ਉਹ ਸਾਨੂੰ ਤਬਾਹ ਕਰੀ ਜਾ ਰਿਹਾ ਹੈ। ਸਾਡੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ। ਕੇਸਰੀ ਸਿੰਘ ਤੇ ਭੀਮ ਚੰਦ ਦੀ ਹਾਲਤ ਤਾਂ ਕਾਫੀ ਗੰਭੀਰ ਸੀ। ਉਹਨਾਂ ਦੇ ਚਿਹਰੇ ਡਰ ਫਿਕਰ ਨਾਲ ਪੀਲੇ ਹੋ ਗਏ ਤੇ ਉੱਤੋਂ ਬੜਕਾ ਮਾਰ ਰਹੇ ਸੀ। ਅਸਾਂ ਗੁਰੂ ਨੂੰ ਅਨੰਦਪੁਰ ਸਾਹਿਬ ਨਹੀਂ ਰਹਿਣ ਦੇਣਾ, ਭਾਵੇਂ ਸਾਨੂੰ ਮੁਗਲ ਸਰਕਾਰ ਦੀ ਸ਼ਰਨ ਲੈਣੀ ਪਵੇ। ਫਿਰ ਢੀਠਾਂ ਵਾਂਗ ਆਪਸ ਵਿੱਚ ਮਸ਼ਵਰੇ ਕਰਨ ਲੱਗੇ ਕਿ ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੈ, ਹੁਣ ਬਰਦਾਸ਼ਤ ਨਹੀਂ ਹੁੰਦਾ। ਇਸ ਜੀਉਣ ਨਾਲੋਂ ਤਾਂ ਮਰਦਾਂ ਦੀ ਮੌਤੇ ਮਰਨਾ ਚੰਗਾ ਹੈ। ਕੇਸਰੀ ਸਿੰਘ ਕਹਿਣ ਲੱਗਾ ਕਿ ਕਾਫੀ ਫੌਜ ਹਾਥੀ ਨੇ ਕੁਚਲ ਦਿੱਤੀ
ਕੁਝ ਪਹਿਲੇ ਜੰਗ ਕਰਕੇ ਖਤਮ ਕਰ ਲਈ ਹੈ। ਇਸ ਸਾਡੇ ਹਾਥੀ ਨੇ ਤਾਂ ਸਾਡਾ ਕੁੰਡਾ ਹੀ ਕਰ ਦਿੱਤਾ। ਸਫਲਤਾ ਦੀ ਉਮੀਦ ਸੀ, ਬੁਰੀ ਤਰ੍ਹਾਂ ਮੂੰਹ ਦੇ ਭਾਰ ਡਿੱਗੇ ਹਾਂ। ਹੁਣ ਤਾਂ ਲਾਟਾਂ ਵਾਲੀ ਦਾ ਹੀ ਆਸਰਾ ਹੈ, ਹੋਰ ਕੋਈ ਚਾਰਾ ਨਹੀਂ। ਹੁਣ ਅਸੀਂ ਨਿਰਬਲ ਹੋ ਚੁੱਕੇ ਹਾਂ ਤੇ ਅੱਗੋਂ ਵੀ ਜੇ ਇਹ ਹਾਲਤ ਰਹੇ ਤਾਂ ਥੱਲੇ ਹੀ ਜਾਵਾਂਗੇ। ਭੀਮ ਚੰਦ ਵੀਰਾ ਉਠੋ, ਹਿੰਮਤ ਕਰੋ ਤੇ ਰਾਜਪੂਤੀ ਅੰਖ ਨੂੰ ਵੱਟਾ ਨਾ ਲਾਓ। ਕੁਝ ਆਪ ਤਿਆਰੀ ਕਰੋ, ਕੁਝ ਦਿੱਲੀ ਸਰਕਾਰ ਤੋਂ ਮਦਦ ਲਵੋ। ਇਹ ਸਾਡਾ ਕੰਮ ਜ਼ਰੂਰ ਸੋਚ ਜਾਵੇਗਾ। ਈਸ਼ਵਰ ਦੇ ਘਰ ਦੇਰ ਹੈ ਹਨੇਰ ਨਹੀਂ। ਉਹ ਜ਼ਰੂਰ ਸਾਡੀ ਸੁਣੇਗਾ ਤੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਇੱਥੋਂ ਕੱਢ ਕੇ ਹੀ ਸਾਹ ਲਵਾਂਗੇ। ਇੱਕ ਹਮਲਾ ਔਖੇ ਸੌਖੇ ਹੋ ਕੇ ਹੋਰ ਮਾਰ ਲਓ। ਮੈਂ ਹੈਰਾਨ ਹਾਂ ਕਿ ਇੱਕ ਕਮਜ਼ੋਰ ਜਿਹਾ ਪਤਲਾ ਜਿਹਾ ਸਿੱਖ ਬਚਿੱਤਰ ਸਿੰਘ ਜੀ ਨੇ ਐਡੇ ਵੱਡੇ ਖੁੰਖਾਰ ਸ਼ਰਾਬੀ ਹਾਥੀ ਨਾਲ ਟੱਕਰ ਲਈ ਤੇ ਉਹਨਾਂ ਚਿਰ ਕਿਲੇ ਦੇ ਬੂਹੇ ਅੱਗੇ ਹੀ ਖੜਾ ਰਿਹਾ ਤੇ ਸਾਡੀ ਫੌਜ ਮਰਦੀ ਤੇ ਨੁਕਸਾਨ ਹੁੰਦਾ ਵੇਖਦਾ ਰਿਹਾ। ਤੁਸੀਂ ਸਾਰੇ ਭਰਾ ਦੱਸੋ ਕਿ ਇਹ ਰਿੱਧੀ ਸਿੱਧੀ ਨਹੀਂ ਤੇ ਹੋਰ ਕੀ ਹੈ? ਬੰਦਾ ਕਿੱਥੇ ਤੇ ਹਾਥੀ ਕਿੱਥੇ? ਸਾਨੂੰ ਤਾਂ ਸੁਣ ਕੇ ਕੁਝ ਨਹੀਂ ਸੁਝਦਾ। ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਸੋਚਿਆ ਕੀ ਤੇ ਹੋਇਆ ਕੀ। ਹੁਣ ਤੁਸੀਂ ਸੋਚ ਕੇ ਕਦਮ ਚੁੱਕੋ, ਭਗਵਾਨ ਭਲੀ ਕਰੇ। ਸਾਰੇ ਬਾਈ ਧਰ ਆਪੋ ਆਪਣੀ ਵਿਚਾਰ ਦੱਸਦੇ ਗਏ ਤੇ ਲਿਖਾਰੀ ਮਤੇ ਨੋਟ ਕਰਦਾ ਗਿਆ। ਪਹਿਲਾ ਪਲਾਨ ਫੇਲ ਹੋਣ ਕਰਕੇ ਉਹ ਇੰਨੇ ਘਬਰਾਏ ਸੀ ਕਿ ਜਾਂ ਤਾਂ ਗੁਰੂ ਦੀ ਸ਼ਰਨ ਲਈਏ, ਨਹੀਂ ਤੇ ਮੈਦਾਨ ਵਿੱਚ ਲੜ ਕੇ ਮਰ ਜਾਈਏ। ਪਰ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ। ਸਭਨਾਂ ਪਾਸਿਆਂ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਗੁਰੂ ਦੀ ਸ਼ਰਨ ਲੈਣ ਨਾਲੋਂ ਲੜ ਕੇ ਮਰਨਾ ਚੰਗਾ ਹੈ। ਅਸੀਂ ਰਾਜਪੂਤ ਬਹਾਦਰ ਅਣਖੀ ਹਾਂ। ਰਾਜਪੂਤੀ ਸ਼ਾਨ ਨੂੰ ਵੱਟਾ ਨਹੀਂ ਲਾਉਣਾ, ਭਾਵੇਂ ਕਿੰਨਾ ਵੀ ਨੁਕਸਾਨ ਉਠਾਉਣਾ ਪਵੇ। ਕੋਈ ਰਾਜਨੀਤਿਕ ਚਾਲ ਵੀ ਸਾਡੀ ਨਹੀਂ ਚੱਲਦੀ, ਕਿਉਂਕਿ ਗੁਰੂ ਜਾਨੀ ਜਾਨ ਹੈ। ਸਾਡੇ ਸੋਚਣ ਤੋਂ ਗੱਲ ਬਹੁਤ ਦੂਰ ਹੈ, ਪਰ ਫਿਰ ਵੀ ਕਿਸੇ ਫੈਸਲੇ ਤੇ ਪੁੱਜਣਾ ਚਾਹੀਦਾ ਹੈ। ਇਸ ਤਰ੍ਹਾਂ ਵਿਚਾਰਾਂ ਹੁੰਦੀਆਂ ਰਹੀਆਂ ਤੇ ਵਿੱਚੇ ਵਿੱਚ ਭੰਬਲ ਭੂਸੇ ਖਾਂਦੇ ਰਹੇ। ਭੀਮ ਚੰਦ ਨੇ ਜ਼ੋਰ ਦਿੱਤਾ ਕਿ ਮੁਗਲ ਸਰਕਾਰ ਨੂੰ 22 ਧਾਰੀ ਰਾਜਿਆਂ ਵੱਲੋਂ ਚਿੱਠੀ ਲਿਖੀ ਜਾਵੇ ਤੇ ਸ਼ਾਹੀ ਮਦਦ ਨਾਲ ਇਹ ਮਸਲਾ ਹੱਲ ਕੀਤਾ ਜਾਵੇ। ਇਹ ਸਕੀਮ ਸਰਬਸੰਮਤੀ ਨਾਲ ਪਾਸ ਹੋਈ ਤੇ ਨਾਲ ਹੀ ਇਹ ਵਿਚਾਰ ਹੋਈ ਕਿ ਪਹਿਲਾਂ ਕੁਝ ਸਮਾਂ ਪੈਰਾਂ ਤੇ ਖਲੋ ਲਈਏ, ਭਾਵ ਪਹਿਲੇ ਜਾਨੀ ਤੇ ਮਾਲੀ ਨੁਕਸਾਨ ਹੋਏ ਵੱਲੋਂ ਸੰਭਲ ਲਈਏ। ਸਾਰੇ ਰਾਜਿਆਂ ਦੇ ਹਿਰਦੇ ਵਿੱਚ ਇਸ ਹਾਰ ਨਾਲ ਛਾਨਣੀ ਛਾਨਣੀ ਹੋਏ ਸੀ। ਸਾਰੇ ਰਾਜਿਆਂ ਦੇ ਹਿਰਦੇ ਇਸ ਹਾਰ ਨਾਲ ਛਾਨਣੀ ਹੋਏ ਸੀ। ਸਾਰੇ ਮਨਸੂਬੇ ਮਿੱਟੀ ਵਿੱਚ ਮਿਲ ਗਏ। ਅਗਲੀ ਤਿਆਰੀ ਲਈ ਜ਼ੋਰ ਦਿੱਤਾ ਕਿ ਜਲਦੀ ਤੋਂ ਜਲਦੀ ਫਿਰ ਤਾਜ਼ਾ ਦਮ ਹੋ ਕੇ ਗੁਰੂ ਨਾਲ ਟੱਕਰ ਲਈ ਜਾਵੇ ਤਾਂ ਕਿ ਆਪਣੇ ਇਰਾਦੇ ਵਿੱਚ ਕਾਮਯਾਬ ਹੋ ਸਕੀਏ। ਕਈ ਕਹਿਣ ਲੱਗੇ ਹਾਥੀ ਛੱਡ ਕੇ ਅੱਗੇ ਹੀ ਬਹੁਤ ਗਲਤੀ ਕਰ ਚੁੱਕੇ ਹਾਂ, ਪਰ ਹੁਣ ਚੰਗੀ ਤਰ੍ਹਾਂ ਠਰਮੇ ਨਾਲ ਸੋਚ ਸਮਝ ਕੇ ਕਦਮ ਚੁੱਕਣ ਦੀ ਲੋੜ ਹੈ। ਹਾਥੀ ਦਾ ਖੂਨੀ ਨਜ਼ਾਰਾ ਉਹਨਾਂ ਦੀਆਂ ਅੱਖਾਂ ਅੱਗੇ ਬਾਰ-ਬਾਰ ਆ ਰਿਹਾ ਸੀ ਤੇ ਉਹ ਵਹਿਮਾਂ ਵਿੱਚ ਡੁੱਬਦੇ ਜਾ ਰਹੇ ਸੀ। ਆਪਣੇ ਇਸ਼ਟ ਦੇਵ ਨੂੰ ਸਿਮਰ ਰਹੇ ਸੀ ਕਿ ਸਾਡਾ ਬੇੜਾ ਬੰਨੇ ਲੱਗ ਜਾਵੇ। ਕਈ ਜੋਤਸ਼ੀਆਂ ਕੋਲੋਂ ਪੁੱਛਦੇ, ਜੋਤਸ਼ ਦਾ ਸਹਾਰਾ ਲੈਂਦੇ, ਵਿਦਵਾਨਾਂ ਪੰਡਤਾਂ ਕੋਲੋਂ ਪੁੱਛਦੇ ਕਿਵੇਂ ਕੀਤਾ ਜਾਵੇ ਅਤੇ ਨਵਾਂ ਪਲਾਨ ਬਣਾਉਣ ਦੀ ਉਡੀਕ ਵਿੱਚ ਸਨ। ਪਰ 100% ਉਹ ਦਿੱਲੀ ਸਰਕਾਰ ਪਾਸੋਂ ਹੀ ਝੁੱਕ ਕੇ ਮਦਦ ਲੈਣ ਦਾ ਇਰਾਦਾ ਕਰ ਰਹੇ ਸਨ। ਕਾਂਡ 9ਵਾਂ। ਦੋ ਜਹਾਨ ਵਾਲੀ ਅੰਮ੍ਰਿਤ ਦੇ ਦਾਤੇ, ਚਿੱਟੀਆਂ ਬਾਜਾਂ ਵਾਲੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਨ ਲਈ ਦੀਵਾਨ ਸਜਾਈ ਬੈਠੇ ਸੀ। ਆਸਾ ਦੀ ਵਾਰ ਦਾ ਕੀਰਤਨ ਹੋ ਚੁੱਕਾ ਹੈ। ਮਹਾਰਾਜ ਸਿੰਘਾਂ ਨਾਲ ਬਚਨ ਕਰ ਰਹੇ ਹਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂ ਨਿਵਾਸ। ਖਾਲਸਾ ਮੇਰੀ ਜਿੰਦ ਜਾਨ ਹੈ, ਖਾਲਸੇ ਤੇ ਮੈਨੂੰ ਬਹੁਤ ਮਾਣ ਹੈ। ਅੱਜ ਭਾਈ ਬਚਿੱਤਰ ਸਿੰਘ ਦੀ ਬਹਾਦਰੀ ਨੇ ਹਾਥੀ ਨਾਲ 2 ਹੱਥ ਕਰਕੇ ਦੱਸ ਦਿੱਤਾ ਹੈ ਕਿ ਸਿੰਘ ਸੱਚਮੁੱਚ ਹੀ ਸਿੰਘ ਹਨ। ਹਾਥੀ ਇਹਨਾਂ ਅੱਗੇ ਕੋਈ ਚੀਜ਼ ਨਹੀਂ ਹਨ। ਇਹਨਾਂ ਅੰਦਰ ਸਤਿਗੁਰੂ ਨਾਨਕ ਵਸਦਾ ਹੈ। ਅਕਾਲ ਪੁਰਖ ਦੀ ਜੋਤ ਜਗਦੀ। ਇਹ ਮਰਜੀਵੜੇ ਪੰਥ ਵਾਸਤੇ, ਦੇਸ਼ ਵਾਸਤੇ ਜਾਨਾਂ ਤਲੀ ਤੇ ਧਰੀ ਬੈਠੇ ਹਨ। ਨਿਰੰਕਾਰ ਇਹਨਾਂ ਦੇ ਅੰਗ ਸੰਗ ਹੈ। ਇਹਨਾਂ ਨੂੰ ਧੁਰ ਦੀ ਬਾਣੀ ਦਾ ਆਸਰਾ ਹੈ। ਬਾਣੀ ਇਹਨਾਂ ਦਾ ਪ੍ਰਾਣ ਆਧਾਰ ਹੈ। ਇਹ ਬਾਣੀ ਨਾਲ ਰੰਗੇ ਹੋਏ ਹਨ। ਇਹਨਾਂ ਤੇ ਕੋਈ ਹੋਰ ਰੰਗ ਨਹੀਂ ਚੜ ਸਕਦਾ। ਇਹ ਕਲਾ ਲੱਖ ਨਾਲ ਲੜੇਗਾ। ਇਹ ਤਾਂ ਅਗੰਮੀ ਸ਼ਕਤੀ ਹੈ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਪਿਆਰੇ ਪੰਥ ਤੇ ਬਖਸ਼ਿਸ਼ਾਂ ਕਰਦੇ ਗਏ। ਸਾਰੇ ਸਿੰਘਾਂ ਦੇ ਚਿਹਰਿਆਂ ਤੇ ਲਾਲੀ ਡਲਕ ਰਹੀ ਸੀ, ਬੀਰਤਾ ਹੱਸ ਰਹੀ ਸੀ। ਬੜੇ ਸਤਿਕਾਰ ਨਾਲ ਮਹਾਰਾਜ ਦੇ ਚਰਨਾਂ ਵਿੱਚ ਝੁਕੇ ਹੋਏ ਸੀ। ਭਾਈ ਬਚਿੱਤਰ ਸਿੰਘ ਵੱਲ ਪਿਆਰ ਭਰੀ ਨਜ਼ਰ ਨਾਲ ਹਜ਼ੂਰ ਨੇ ਵੇਖਿਆ ਤੇ ਨਿਹਾਲ ਕਰ ਦਿੱਤਾ। ਬਚਨ ਕੀਤਾ, ਸਿੰਘਾਂ ਤੂੰ ਧਨ ਹੈ ਤੇਰਾ ਜੀਵਨ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ। ਮੈਂ ਕੁਰਬਾਨ ਹਾਂ ਤੇਰੀ ਬੀਰਤਾ ਤੋਂ, ਤੇਰੇ ਹੌਸਲੇ ਤੋਂ, ਜ਼ਰੂਰਤ ਤੋਂ ਤੂੰ ਪੰਥ ਦੀ ਲਾਜ ਰੱਖ ਲਈ। ਗੁਰੂ ਘਰ ਨਾਲ ਗੂੜਾ ਪਿਆਰ ਦੱਸਿਆ ਹੈ। ਤੇਰੇ ਜਿਹੇ ਪੁੱਤਰਾਂ ਤੇ ਮੈਨੂੰ ਮਾਣ ਹੈ। ਇਸ ਗੱਲ ਨੂੰ ਜਾਣਦਾ ਜੱਗ ਸਾਰਾ। ਪੁੱਤਰ ਇਸ ਜਹਾਨ ਤੇ ਪਰ ਹੁੰਦੇ, ਉਹਦੀ ਅੰਖ ਨਾ ਕੋਈ ਨਿਵਾ ਸਕੇ।
ਅਣਖੀ ਪੁੱਤ ਜਿਸ ਬਾਪ ਦੇ ਘਰ ਹੁੰਦੇ। ਬਚਿੱਤਰ ਸਿੰਘ ਗਲ ਵਿੱਚ ਪੱਲਾ ਪਾਈ ਦਾਤਾਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੜਾ ਹੈ। ਮਹਾਰਾਜ ਵਰਾਂ ਦੀ ਵਰਖਾ ਕਰ ਰਹੇ ਹਨ। ਸਿੰਘਾ ਤੈਨੂੰ ਸਤਿਗੁਰੂ ਨਾਨਕ ਖੁਸ਼ੀਆਂ ਬਖਸ਼ੇ। ਤੂੰ ਫਰਜ਼ ਦੀ ਠੀਕ ਪਾਲਣਾ ਕੀਤੀ ਹੈ। ਤੇਰਾ ਰਹਿੰਦੀ ਦੁਨੀਆ ਤੱਕ ਨਾ ਅਮਰ ਰਹੇਗਾ। ਦੀਵਾਨ ਦਾ ਭੋਗ ਪਿਆ, ਅਰਦਾਸ ਹੋਈ ਤੇ ਪ੍ਰਸ਼ਾਦ ਵਰਤਾਇਆ ਗਿਆ। ਮਹਾਰਾਜ ਆਪਣੇ ਨਿਵਾਸ ਸਥਾਨ ਵੱਲ ਚਲੇ ਗਏ। ਧੰਨਵਾਦ।